ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਉੱਗੇ ਸਿਆਸੀ ਮਾਹਰ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ ਮੌਜੂਦ ਨੇ। ਵੱਡੀ ਖਬਰ ਜੋ ਜਥੇਦਾਰ ਸਾਹਿਬ ਦਾ ਬਿਆਨ ਆਇਆ ਉਹਦੇ ਉੱਤੇ ਅਸੀਂ ਚਰਚਾ ਕਰਾਂਗੇ ਕਿ ਕੀ ਵਾਕਈ ਅੱਜ ਸਿੱਖਾਂ ਨੂੰ ਹਥਿਆਰ ਰੱਖਣ ਦੀ ਜ਼ਰੂਰਤ ਹੈ। ਲਾਇਸੈਂਸੀ ਹਥਿਆਰਾਂ ਦੀ ਗੱਲ ਹੋ ਰਹੀ ਆ। ਕਾਫੀ ਜ਼ਿਆਦਾ ਇਧਰੋਂ ਉਧਰੋਂ ਬਿਆਨ ਹਿੰਦੂ ਜਥੇਬੰਦੀਆਂ ਦੇ ਵੀ ਜਾਂ ਕਹਿ ਲਓ ਕਿ ਬੀਜੇਪੀ ਦੇ ਵੀ ਸਾਹਮਣੇ ਆ ਰਹੇ ਨੇ। ਹੋਰ ਸਿਆਸੀ ਪਾਰਟੀਆਂ ਅਕਾਲੀ ਦਲ ਵਾਲੇ ਵੀ ਦੇ ਰਹੇ ਨੇ। ਸੇਖੋ ਸਾਹਿਬ ਸਵਾਗਤ ਹੈ ਤੁਹਾਡਾ। ਬਹੁਤ ਸ਼ੁਕਰੀਆ ਜੀ। ਸੇਖੋ ਸਾਹਿਬ, ਜਥੇਦਾਰ ਸਾਹਿਬ ਦੇ ਬਿਆਨ ਨੂੰ, ਹਾਲਾਂਕਿ ਕਾਰਜਕਾਰੀ ਜਥੇਦਾਰ ਨੇ, ਉਹਨਾਂ ਦੇ ਬਿਆਨ ਨੂੰ ਕਿਸ ਤਰ੍ਹਾਂ ਦੇਖਿਆ ਜਾਏ ਕਿ ਅੱਜ ਕੀ ਲੋੜ ਪੈ ਗਈ ਇਹ ਬਿਆਨ ਦੇਣ ਦੀ? ਮੈਨੂੰ ਲੱਗਦਾ ਸੀਗਾ ਕਿ ਜਿਹੜਾ ਬਿਆਨ ਨਿਊਜ਼ ਪੇਪਰ ਦੇ ਆਪਣਾ ਨਿਊਜ਼ ਦੇ ਵਿੱਚ ਆ ਰਿਹਾ ਹੈ ਜਾਂ ਜਿਸ ਉੱਤੇ ਜਿਸ ਸੰਦਰਭ 'ਚ ਦਿੱਤਾ ਗਿਆ ਉਹਦੇ ਬਾਰੇ ਤਾਂ ਮੈਂ ਬਹੁਤਾ ਜ਼ਿਆਦਾ ਨਹੀਂ ਕਹੂੰਗਾ ਕਿਉਂਕਿ ਸ਼ਾਇਦ ਛੇਵੇਂ ਪਾਤਸ਼ਾਹੀ ਦਾ ਅੱਜ ਜਿਹੜਾ ਹੈਗਾ ਸੀਗਾ ਉਹਨਾਂ ਨਾਲ ਸੰਬੰਧਿਤ ਕੋਈ ਜਿਹੜਾ ਹੈਗਾ ਸੀਗਾ ਦਿਹਾੜਾ ਹੈ। ਪਰ ਇਹ ਕਹਿ ਦੇਣਾ ਕਿ ਜਿਹੜਾ ਹੈ ਮਾਡਰਨ ਹਥਿਆਰ ਰੱਖੇ ਜਾਣ ਤੇ ਹਰ ਸਿੱਖ ਨੂੰ ਜਿਹੜਾ ਇਹ ਰੱਖਣੇ ਚਾਹੀਦੇ ਆ। ਜਥੇਦਾਰ ਸਾਹਿਬ ਦਾ ਆਮ ਤੌਰ ਤੇ ਜਿਹੜਾ ਕੋਈ ਵੀ ਉਹਨਾਂ ਦੇ ਮੂੰਹੋਂ ਨਿਕਲਿਆ ਸ਼ਬਦ ਆ ਉਹ ਅਸੀਂ ਉਹਨੂੰ ਹੁਕਮਨਾਮੇ ਦੇ ਤੌਰ ਤੇ ਲੈਂਦੇ ਹਾਂ। ਕਮਿਊਨਿਟੀ ਜਿਹੜੀ ਉਹ ਕਹਿੰਦੀ ਆ ਕਿ ਅਕਾਲ ਤਖਤ ਸਾਹਿਬ ਤੋਂ ਜਿਹੜੇ ਵੀ ਸ਼ਬਦ ਆਉਂਦੇ ਆ ਉਹ ਸਾਨੂੰ ਉਹਨਾਂ ਦੀ ਇਨ ਬਿਨ ਪਾਲਣਾ ਚਾਹੀਦੀ ਆ। ਪਰ ਮੈਨੂੰ ਇਹਦੇ ਵਿੱਚ ਲੱਗਦਾ ਹੈ ਕਿ ਇਸ ਕਿਸਮ ਦਾ ਬਿਆਨ ਆਉਣ ਦੇ ਨਾਲ ਕਿ ਹਥਿਆਰਾਂ ਵਾਲੀ ਗੱਲ ਜਿਹੜੀ ਆ ਉਹਨੂੰ ਇੰਨਾ ਹਾਈਲਾਈਟ ਕਰਨਾ, ਉਹ ਵੀ ਮਾਡਰਨ ਹਥਿਆਰਾਂ ਦੀ ਗੱਲ ਕਰਨੀ। ਮਾਡਰਨ ਹਥਿਆਰਾਂ ਦਾ ਤਾਂ ਕੋਈ ਇਸ ਸਮੇਂ ਦੇ ਵਿੱਚ ਜਿਹੜਾ ਹੈਗਾ ਤੁਹਾਡਾ ਕੋਈ ਅੰਤ ਹੀ ਨਹੀਂ ਹੈ। ਦੂਸਰੇ ਪਾਸੇ ਜਿਹੜੀ ਕਮਿਊਨਿਟੀ ਆਪਾਂ ਕਰ ਲਈਏ, ਮੈਂ ਕਮਿਊਨਿਟੀ ਦੀ ਗੱਲ ਨਹੀਂ ਕਰੂੰਗਾ, ਮੈਂ ਪੰਜਾਬ ਦੀ ਗੱਲ ਕਰੂੰਗਾ ਜਾਂ ਮੈਂ ਲੁਕਾਈ ਦੀ ਗੱਲ ਕਰੂੰਗਾ ਜਾਂ ਮੈਂ ਦੁਨੀਆ 'ਚ ਜਿਸ ਕਿਸਮ ਦਾ ਇਸ ਵੇਲੇ ਖਾਸ ਕਰਕੇ ਯੂਕਰੇਨ ਦੇ ਵਿੱਚ ਤੇ ਰਸ਼ੀਆ ਦੇ ਵਿੱਚ ਜੋ ਅਸੀਂ ਦੇਖ ਰਹੇ ਹਾਂ ਉਹਨੂੰ ਸਾਹਮਣੇ ਰੱਖ ਕੇ ਦੇਖ ਰਹੇ ਹਾਂ ਕਿ ਇਸ ਸਮੇਂ ਤਾਂ ਬਹੁਤ ਵੱਡੀ ਲੋੜ ਸੀ ਕਿ ਸ਼ਾਂਤੀ ਦਾ ਸੁਨੇਹਾ ਜਿਹੜਾ ਵਾ ਉਹਨੂੰ ਦਿੱਤਾ ਜਾਂਦਾ। ਮੈਨੂੰ ਲੱਗਦਾ ਹੈ ਕਿ ਜੇ ਇਹ ਸ਼ਬਦ ਉੱਥੋਂ ਆਉਣ ਕਿ ਹਰ ਸਿੱਖ ਨੂੰ ਆਪਣੇ ਬੱਚੇ ਨੂੰ ਪੜ੍ਹਾ ਕੇ ਜਾਂ ਹਰ ਸਿੱਖ ਦਾ ਫਰਜ਼ ਬਣਦਾ ਜਾਂ ਹਰ ਪੰਜਾਬੀ ਦਾ ਫਰਜ਼ ਬਣਦਾ ਜਾਂ ਜਿਹੜਾ ਸਾਡਾ ਧਰਮ ਹੈਗਾ ਉਹ ਤਾਂ ਕਮਿਊਨਿਟੀ ਤੱਕ ਤਾਂ ਕਨਫਾਈਨ ਨਹੀਂ ਹੈ, ਉਹ ਤਾਂ ਜਿਹੜਾ ਸਾਰੀ ਦੁਨੀਆ ਵਾਸਤੇ ਹੈਗਾ ਕਿ ਉਹ ਅਜਿਹੇ ਯਤਨ ਕਰਨ ਕਿ ਜਿਹਦੇ ਨਾਲ ਸ਼ਾਂਤੀ ਜਿਹੜੀ ਆ ਉਹ ਪੈਦਾ ਹੋ ਸਕੇ। ਹਥਿਆਰਾਂ ਦੇ ਨਾਲ ਕਦੀ ਸ਼ਾਂਤੀ ਨਹੀਂ ਹੁੰਦੀ, ਮੈਂ ਇਸ ਗੱਲ ਦਾ ਧਾਰਨੀ ਹਾਂ। ਹਥਿਆਰਾਂ ਹਮੇਸ਼ਾ ਜਿਹੜੀਆਂ ਵਾ ਇਹ ਆਮ ਤੌਰ ਤੇ ਜਿਹੜੀ ਹੈਗੀ ਆ ਇਹ ਸ਼ਾਂਤੀ ਦੇ ਖਿਲਾਫ ਉਲਟਾ ਚੱਲਣ ਵਾਲਾ ਇੱਕ ਜਿਹੜਾ ਹੁੰਦਾ ਵਾ ਵਰਤਾਰਾ ਹੁੰਦਾ ਵਾ। ਤੇ ਜੇ ਕਿਤੇ ਬਿਆਨ ਹੁੰਦਾ ਕਿ ਹਰ ਸਿੱਖ ਆਪਣੇ ਬੱਚੇ ਨੂੰ ਚੰਗੀ ਪੜ੍ਹਾਈ ਦੇਵੇ, ਉਹਨੂੰ IAS ਬਣਨ ਵਾਸਤੇ ਜਾਂ ਸਿਵਲ ਸਰਵਿਸ, ਸਾਡੀਆਂ ਗਿਣਤੀ ਬਹੁਤ ਘੱਟ ਹੈ, ਫੌਜ ਦੇ ਵਿੱਚ ਜਾਣ ਵਾਸਤੇ, ਚੰਗੇ ਸਾਇੰਟਿਸਟ ਬਣਨ ਵਾਸਤੇ, ਚੰਗੇ ਡਾਕਟਰ ਬਣਨ ਵਾਸਤੇ ਜਾਂ ਜਿਹੜਾ ਹੋਰ ਚੰਗੇ ਇਨਸਾਨ ਬਣਨ ਵਾਸਤੇ ਜਿਹੜਾ ਹੈਗਾ ਕਿ ਇਹ ਹਰ ਜਿਹੜਾ ਸਿੱਖ ਦੇ ਤੌਰ ਤੇ ਦੇਖਣਾ ਹੋਵੇ ਵੀ ਉਹਦਾ ਫਰਜ਼ ਬਣਦਾ ਹੈ ਤਾਂ ਕਿ ਉਹ ਆਪਣੀ ਕਮਿਊਨਿਟੀ ਦੇ ਨਾਲ ਜਿਹੜੀ ਹੋਰ ਲੁਕਾਈ ਹੈਗੀ ਆ ਉਹਦੀ ਵੀ ਸੇਵਾ ਕਰ ਸਕੇ ਤੇ ਉਹ ਜ਼ਿਆਦਾ। ਕਿਉਂਕਿ ਹਥਿਆਰ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਬਹੁਤ ਮਹਿੰਗੇ ਆ ਔਰ ਖਾਸ ਕਰਕੇ ਜਿਸ ਕਿਸਮ ਦੀਆਂ ਮੁਸ਼ਕਲਾਂ ਸਾਡੀ ਕਿਸਾਨੀ ਜਾਂ ਸਾਡੀ ਹੋਰ ਭਾਈ ਕਰ ਰਹੇ ਆ ਕਿ ਜਿਹਦੇ ਵਿੱਚ ਸੁਸਾਈਡ ਵੀ ਹੋ ਰਿਹਾ ਵਾ, ਦਵਾਈ ਵੀ ਨਹੀਂ ਮਿਲ ਰਹੀ ਲੋਕਾਂ ਨੂੰ, ਪੜ੍ਹਾਈ ਵੀ ਨਹੀਂ ਮਿਲ ਰਹੀ ਔਰ ਹਥਿਆਰ ਰੱਖਣੇ ਜਿਹੜੇ ਹੈਗੇ ਆ ਖਰੀਦਣੇ ਤਾਂ ਸ਼ਾਇਦ ਬਹੁਤ ਵੱਡੀ ਪ੍ਰਕਿਰਿਆ ਹੈਗੀ ਵੀ ਕਿੱਦਾਂ ਲੀਗਲੀ ਖਰੀਦਿਆ ਜਾਊਗਾ, ਪਰ ਉਹਨੂੰ ਮੁੜ ਕੇ ਘਰ 'ਚ ਸੰਭਾਲ ਕੇ ਰੱਖਣਾ ਉਹ ਵੀ ਆਪਣੇ ਵਿੱਚ ਬਹੁਤ ਵੱਡੀ ਸਮੱਸਿਆ ਹੈਗੀ ਆ। ਉਹਨੂੰ ਹਰ 3 ਸਾਲਾਂ ਬਾਅਦ ਰੀਨਿਊ ਕਰਵਾਉਣਾ, ਸਰਕਾਰਾਂ ਨੇ ਤਾਂ ਹੁਣ ਹਥਿਆਰਾਂ ਦੇ ਰੀਨਿਊਲ ਦੇ ਉੱਤੋਂ ਵੀ ਇੱਕ ਉਹਨੂੰ ਕਮਾਈ ਦਾ ਸਾਧਨ ਜਿਹੜਾ ਵਾ ਉਹ ਬਣਾ ਲਿਆ ਵਾ। ਤੇ ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਬਿਆਨ ਜਿਹੜਾ ਹੈਗਾ ਇਹਦੇ ਨਾਲ ਕਈ ਕਿਸਮ ਦੀ ਪ੍ਰਕਿਰਿਆ ਵੀ ਆਈ ਆ। ਦੂਸਰੇ ਪਾਸੇ ਪੰਜਾਬ ਦੇ ਵਿੱਚ ਜਿਹੜੇ ਸਮੱਸਿਆ ਅਸੀਂ ਦੇਖ ਰਹੇ ਹਾਂ, ਪਿਛਲੇ ਜਿਹੜੀਆਂ ਘਟਨਾਵਾਂ ਹੋਈਆਂ, ਚਾਹੇ ਉਹ ਪਟਿਆਲੇ ਦੀ ਘਟਨਾ ਹੈਗੀ ਆ, ਚਾਹੇ ਉਹ ਤੋਂ ਬਾਅਦ ਜਿਹੜਾ ਹੈਗਾ ਕਈ ਕਿਸਮ ਦੇ ਮੁੱਦੇ, ਖਾਲਿਸਤਾਨ ਦੀ ਵੀ ਗੱਲ ਕੀਤੀ ਜਾ ਰਹੀ ਆ, ਜਾਂ ਜਿਹੜੀਆਂ ਮੈਨੂੰ ਲੱਗਦਾ ਕਿ ਇਹਦੇ ਨਾਲ ਜਿਹੜੀਆਂ ਪੰਜਾਬ ਦੋਖੀ ਜਿਹੜੀਆਂ ਤਾਕਤਾਂ ਹੈਗੀਆਂ ਉਹਨਾਂ ਨੂੰ ਜ਼ਿਆਦਾ ਇੱਕ ਕਿਸਮ ਦਾ ਪਲੇਟਫਾਰਮ ਮਿਲ ਜਾਂਦਾ ਵਾ ਜਾਂ ਉਤਸ਼ਾਹ ਮਿਲ ਜਾਂਦਾ ਵਾ, ਜਾਂ ਉਹ ਆਪਣਾ ਜਿਹੜਾ ਪ੍ਰੋਪੋਗੰਡਾ ਜਿਹੜਾ ਖਾਸ ਕਰਕੇ ਜਿਹਨਾਂ ਦੇ ਏਜੰਡਾ ਹੀ ਇਹ ਹੈਗਾ ਕਿ ਪੰਜਾਬ ਨੂੰ ਕਿੱਦਾਂ ਤੁਸੀਂ ਥੱਲੇ ਲਾਉਣਾ ਹੈ ਜਾਂ ਇਹ ਕਮਿਊਨਿਟੀ ਨੂੰ ਕਿੱਦਾਂ ਟੈਕਲ ਕਰਨਾ ਹੈ। ਆਪਾਂ ਦੇਖ ਰਹੇ ਹਾਂ ਕਿ ਪਹਿਲੇ ਸਮੇਂ ਦੇ ਵਿੱਚ ਜਿਹੜੀ ਰਾਜਨੀਤਿਕ ਪਾਰਟੀ ਹੈਗੀ ਤਾਕਤਵਰ, ਉਹ ਕਿੱਦਾਂ ਜਿਹੜੀ ਹੈਗੀ ਆ ਜਿਹੜੇ ਲੀਡਰ ਵੱਡੇ ਵੱਡੇ ਲੀਡਰਾਂ ਨੂੰ ਆਪਣੇ ਨਾਲ ਮਿਲਾ ਰਹੀ ਆ, ਚਾਹੇ ਉਹ ਦਿੱਲੀ ਦੇ ਲੀਡਰ ਹੈਗੇ ਆ, ਚਾਹੇ ਇੱਥੋਂ ਦੇ ਲੀਡਰ ਹੈਗੇ ਆ, ਜਾਂ ਕਿਸ ਕਿਸਮ ਦੇ ਹੱਥ ਕੰਡੇ ਜਿਹੜੇ ਅਪਣਾਏ ਜਾ ਰਹੇ ਆ, ਜਾਂ ਜਿਸ ਕਿਸਮ ਦੀਆਂ ਸਕੀਮਾਂ ਘੜੀਆਂ ਜਾ ਰਹੀਆਂ ਵਾ। ਤੇ ਮੈਨੂੰ ਲੱਗਦਾ ਵੀ ਉਹ ਜਿਹੜਾ ਚੈਲੰਜ ਹੈਗਾ ਉਹਨਾਂ ਨੂੰ ਲੱਗਦਾ ਹੈ ਕਿ ਪੰਜਾਬ ਜਾਂ ਪੰਜਾਬ 'ਚ ਰਹਿਣ ਵਾਲੇ ਜਿਹੜੇ ਲੋਕ ਹੈਗੇ ਆ, ਜੇ ਆਪਾਂ ਪਾਰਟੀਕੂਲਰਲੀ ਗੱਲ ਕਰਨਾ ਹੋਵੇ ਸਿੱਖ ਆ, ਇਹੀ ਹੈਗੇ ਆ ਕਿ ਜਿਹੜੇ ਕਿਸੇ ਕਿਸਮ ਦਾ ਜ਼ੁਲਮ, ਕਿਸੇ ਕਿਸਮ ਦੀ ਬੇਇਨਸਾਫੀ ਜਾਂ ਕਿਸੇ ਕਿਸਮ ਦੀ ਧੱਕੇਸ਼ਾਹੀ, ਕੋਈ ਵੀ ਜਿਹੜਾ ਰੂਲਰ ਹੋਵੇ, ਚਾਹੇ ਪੁਰਾਣੇ ਸਮੇਂ ਦੇ ਰੂਲਰ ਸੀਗੇ ਚਾਹੇ ਮੌਜੂਦਾ ਸਮੇਂ ਦੇ ਰੂਲਰ ਸੀਗੇ, ਉਹਨਾਂ ਦੇ ਖਿਲਾਫ ਇਹ ਜਿਹੜਾ ਹਿੱਕ ਤਾਣ ਕੇ ਖੜੇ ਹੁੰਦੇ ਆ। ਔਰ ਇਹਦੀ ਸਾਨੂੰ ਤਾਜ਼ਾ ਐਗਜ਼ਾਮਪਲ ਪਹਿਲੇ ਸਮੇਂ 'ਚ ਆਪਾਂ ਕਿਸਾਨੀ ਸੰਘਰਸ਼ ਦੀ ਗੱਲ ਵੀ ਕਰਦੇ ਹਾਂ। ਤੇ ਮੈਨੂੰ ਲੱਗਦਾ ਵੀ ਇਹ ਜਿਹੜਾ ਇਸ ਕਿਸਮ ਦਾ
ਸਿੱਖਾਂ ਨੂੰ ਇਹ ਕਹਿਣਾ ਕਿ ਤੁਸੀਂ ਮਾਡਰਨ ਹਥਿਆਰ ਖਰੀਦੋ, ਪਤਾ ਨਹੀਂ ਉਹਨਾਂ ਨੇ ਕਿਸ ਕੰਟੈਕਸਟ ਦੇ ਵਿੱਚ ਗੱਲ ਕਹੀ ਹੋਵੇ, ਪਰ ਇਹਦੇ ਨਾਲ ਜਿਸ ਕਿਸਮ ਦੀ ਜਿਹੜੀ ਆ ਹੁਣ ਬਹਿਸ ਜਾਂ ਚਰਚਾ ਸ਼ੁਰੂ ਜਿਹੜੀ ਆਪਾਂ ਕਰ ਰਹੇ ਹਾਂ, ਮੈਨੂੰ ਲੱਗਦਾ ਵੀ ਇਹਦੇ ਨਾਲੋਂ ਜ਼ਿਆਦਾ ਵੱਡਾ ਜਿਹੜੀਆਂ ਲੋਕਾਂ ਦੀਆਂ ਸਮੱਸਿਆਵਾਂ, ਜਿੱਦਾਂ ਆਪਾਂ ਨਸ਼ੇ ਦੀ ਸਮੱਸਿਆ ਦੀ ਆਪਾਂ ਗੱਲ ਕਰਦੇ ਹਾਂ, ਕਿਉਂਕਿ ਹਥਿਆਰਾਂ ਦੇ ਨਾਲ ਨਸ਼ਾ ਵੀ ਜੁੜਿਆ ਹੈ, ਹਥਿਆਰਾਂ ਦੇ ਨਾਲ ਲੜਾਈ ਵੀ ਜੁੜੀ ਆ। ਦੁਨੀਆ 'ਚ ਕੋਈ ਵੀ ਲੜਾਈ ਜਿਹੜੀ ਹੈਗੀ ਆ, ਜਿਹੜੀ ਖਾਸ ਕਰਕੇ ਉਹ ਜਿਹੜੀ ਹਥਿਆਰਾਂ ਤੋਂ ਬਿਨਾਂ ਸੋਚਿਆ ਨਹੀਂ ਜਾ ਸਕਦਾ। ਨਸ਼ਾ ਤਸਕਰੀ ਕਾਹਦੇ ਨਾਲ ਹੁੰਦੀ ਆ? ਈਵਨ ਹੋਰ ਬਹੁਤ ਸਾਰੇ ਜਿਹੜੇ ਇਲੀਗਲ ਜਿਹੜੇ ਸਿਸਟਮ ਸਾਰੇ ਹੈਗੇ ਆ, ਉਹ ਅਸੀਂ ਦੇਖਦੇ ਆ ਵੀ ਜਦੋਂ ਵੀ ਕਿਸੇ ਹਥਿਆਰ ਦੀ ਗੱਲ ਆਉਂਦੀ ਆ ਤਾਂ ਹਥਿਆਰ ਦੇ ਨਾਲ ਇੱਕ ਕਿਸਮ ਦਾ ਸਾਡੇ ਅੱਖਾਂ ਦੇ ਸਾਹਮਣੇ ਮੰਜ਼ਰ ਆ ਜਾਂਦਾ ਵਾ ਵੀ ਇਹਦੇ ਨਾਲ ਕੋਈ ਸਾਨੂੰ ਬਹੁਤ ਵੱਡੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਾਡੀਆਂ ਖਾਹਿਸ਼ਾਂ ਹੈਗੀਆਂ, ਜਿਹੜੀਆਂ ਉਮੀਦਾਂ ਹੈ ਜਾਂ ਲੋਕਾਂ ਦੀਆਂ ਜਿਹੜੀਆਂ ਹੈਗੀਆਂ ਕਿ ਅਸੀਂ ਕਿਸ ਕਿਸਮ ਦਾ ਪੰਜਾਬ ਬਣਾਉਣਾ ਚਾਹੁੰਦੇ ਹਾਂ, ਕਿਸ ਕਿਸਮ ਦੀ ਕਮਿਊਨਿਟੀ ਬਣਾਉਣਾ ਚਾਹੁੰਦੇ ਹਾਂ, ਕਿੰਨੀ ਸਾਡੀ ਪ੍ਰੋਗਰੈਸਿਵ ਕਮਿਊਨਿਟੀ ਆ। 500 ਸਾਲ ਪਹਿਲਾਂ ਦਿੱਤੇ ਉਪਦੇਸ਼ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਸ ਤਰੀਕੇ ਨਾਲ ਪਹਿਲਾਂ ਵੀ ਰੈਲੇਵੈਂਟ ਸੀ, ਹੁਣ ਵੀ ਰੈਲੇਵੈਂਟ ਆ, ਆਉਣ ਵਾਲੇ ਸਮੇਂ ਦੇ ਵਿੱਚ ਵੀ ਰੈਲੇਵੈਂਟ ਹੈ। ਤੇ ਮੈਨੂੰ ਲੱਗਦਾ ਵੀ ਸਾਨੂੰ ਜਿਹੜੀ ਆਪਣੀ ਵਿਜ਼ਡਮ ਹੈਗੀ ਆ, ਸਾਨੂੰ ਸਾਡੀ ਜਿਹੜੀ ਮਤਲਬ ਖਾਸ ਕਰਕੇ ਜਿਹੜੀ ਇੰਟੈਲੈਕਟ ਹੈਗੀ ਆ, ਉਹਨੂੰ ਹਥਿਆਰ ਦੇ ਤੌਰ ਤੇ ਵਰਤ ਕੇ ਅਸੀਂ ਦੁਨੀਆ ਦੇ ਉੱਤੇ ਵੀ ਰਾਜ ਕਰ ਸਕਦੇ ਹਾਂ ਔਰ ਅਸੀਂ ਆਪਣੇ ਆਪ ਨੂੰ ਬਚਾ ਵੀ ਸਕਦੇ ਹਾਂ। ਤੇ ਇਸ ਕਰਕੇ ਮੈਨੂੰ ਤੇ ਲੱਗਦਾ ਵੀ ਜ਼ਿਆਦਾ ਧਿਆਨ ਜਿਹੜਾ ਹੈਗਾ ਸੀਗਾ ਉਹ ਉਸ ਪਾਸੇ ਵੱਲ ਦਿੱਤਾ ਜਾਵੇ ਤਾਂ ਹੋਰ ਜ਼ਿਆਦਾ ਵਧੀਆ। ਪਰ ਸਾਹਿਬ, ਜਿੱਥੋਂ ਤੱਕ ਸਵਾਲ ਹੈ ਕਿ ਘੱਟ ਗਿਣਤੀਆਂ ਨੂੰ ਲਗਾਤਾਰ ਦਬਾਇਆ ਜਾ ਰਿਹਾ, ਉਹਨਾਂ ਉੱਤੇ ਹਮਲੇ ਹੋ ਰਹੇ ਨੇ, ਜਿਵੇਂ ਆਪਾਂ ਖਬਰਾਂ ਪੜ੍ਹਦੇ ਹੀ ਆ, ਸਾਹਮਣੇ ਆਉਂਦੀਆਂ, ਕਦੇ ਕਿਤੇ ਮਸਜਿਦ ਨੂੰ ਕਹਿ ਦਿੰਦੇ ਨੇ ਕਿ ਉਹਦੇ ਨੀਚੋਂ ਜੀ ਮੂਰਤੀਆਂ ਨਿਕਲਣਗੀਆਂ ਜਾਂ ਉੱਥੋਂ ਕੱਢ ਲਓ, ਜਾਂ ਤਾਜ ਮਹਿਲ ਦੀ ਗੱਲ ਆ ਜਾਂਦੀ ਹੈ, ਜਾਮਾ ਮਸਜਿਦ ਦੀ ਵੀ ਗੱਲ ਆਈ ਆ ਕਿ ਉੱਥੇ ਵੀ ਜੀ ਸ਼ਾਇਦ ਮੂਰਤੀਆਂ ਹੋਣੀਆਂ, ਉਹ ਵੀ ਕੱਢ ਲਓ। ਮਤਲਬ ਕਿ ਉਹ ਇੱਕ ਖੌਫ ਦੇ ਵਿੱਚ ਨੇ। ਤਾਂ ਫਿਰ ਸਿੱਖ ਭਾਈਚਾਰੇ ਨੂੰ ਇਸ ਤਰ੍ਹਾਂ ਦਾ ਸੁਨੇਹਾ ਦੇਣਾ, ਕਿਤੇ ਨਾ ਕਿਤੇ ਹੋਂਦ ਦਾ ਵੀ ਸਵਾਲ ਉੱਠਦਾ ਨਾ ਕਿ ਸਿੱਖਾਂ ਦੀ ਹੋਂਦ ਖਤਰੇ ਵਿੱਚ ਹੈ। ਇਸ ਤਰ੍ਹਾਂ ਦੇ ਸਵਾਲ ਖੜੇ ਕਰ ਦਿੱਤੇ ਜਾਂਦੇ ਨੇ, ਜਿਹਦੇ ਵਿੱਚੋਂ ਫਿਰ ਹਥਿਆਰਾਂ ਦੀ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ। ਜੇ ਤੁਸੀਂ ਇਹ ਕਿ ਹਥਿਆਰਾਂ ਦਾ ਕਿੱਦਾਂ ਤੁਸੀਂ ਐਡੀ ਵੱਡੇ ਜਿਹੜੇ ਇੱਕ ਪਾਸੇ ਕਹਿੰਦੇ ਅਸੀਂ ਮਿਨੋਰਟੀ ਦੇ ਵਿੱਚ ਆ, ਇੱਕ ਪਾਸੇ ਉਹ ਬਹੁਤ ਵੱਡੀ ਮੈਜੋਰਟੀ ਆ, ਕੀ ਅਸੀਂ ਹਥਿਆਰਾਂ ਨਾਲ ਉਹਨਾਂ ਦਾ ਮੁਕਾਬਲਾ ਕਰ ਸਕਦੇ ਹਾਂ? ਕਿਸੇ ਹਥਿਆਰਾਂ ਨਾਲ ਸੇਫ ਰਹਿ ਸਕਦੇ ਹਾਂ? ਕੀ ਅਸੀਂ ਹਥਿਆਰਾਂ ਦੇ ਨਾਲ ਜਿਹੜਾ ਹੈਗਾ ਵਾ ਉਹ ਜਿਹੜੀ ਕਮਿਊਨਿਟੀ ਹੈਗੀ ਆ ਜਾਂ ਜਿਹੜਾ ਭਾਈਚਾਰਾ ਹੈਗਾ ਵਾ ਉਹਨੂੰ ਕਿੱਥੋਂ ਤੱਕ ਤੁਸੀਂ ਸੇਵ ਕਰ ਸਕਦੇ ਹੋ? ਮੇਰਾ ਕਹਿਣ ਤੋਂ ਭਾਵ ਹੈ ਕਿ ਇਸ ਸਮੇਂ ਦੇ ਵਿੱਚ 21ਵੀਂ ਸਦੀ ਦੇ ਵਿੱਚ ਇਸ ਵੇਲੇ ਸਭ ਤੋਂ ਵੱਡਾ ਹਥਿਆਰ ਤੁਹਾਡੇ ਵਿਚਾਰ ਹੈ, ਸਭ ਤੋਂ ਵੱਡਾ ਹਥਿਆਰ ਤੁਹਾਡੀ ਜਿਹੜੀ ਇੰਟੈਲੈਕਟ ਹੈ, ਸਭ ਤੋਂ ਵੱਡਾ ਹਥਿਆਰ ਜਿਹੜਾ ਇਸ ਵੇਲੇ ਸਾਇੰਸ ਹੈ, ਸਭ ਤੋਂ ਵੱਡਾ ਹਥਿਆਰ ਜਿਹੜਾ ਆਰਗੂਮੈਂਟ ਹੈ। ਔਰ ਉਹ ਆਰਗੂਮੈਂਟ ਇਹਨਾਂ ਤੱਕ ਪਹੁੰਚਣ ਲਈ ਸਾਨੂੰ ਬਹੁਤ ਚੰਗੀ ਕੁਆਲਿਟੀ ਵਿਦਿਆ ਦੀ ਲੋੜ ਹੈਗੀ ਆ, ਬਹੁਤ ਚੰਗੀ ਸਮਝ ਦੀ ਲੋੜ ਹੈਗੀ ਆ। ਤੋ ਇਹ ਗੱਲ ਠੀਕ ਆ ਕਿ ਤੁਹਾਡੀ ਹੋ ਰਹੀ, ਪਹਿਲਾਂ ਵੀ ਇੱਦਾਂ ਹੋ ਰਿਹਾ ਸੀਗਾ, ਜਿਹੜੀਆਂ ਪੁਰਾਣੀਆਂ ਸਰਕਾਰਾਂ ਸੀ ਇਹ ਸਦੀਆਂ ਤੋਂ ਚੱਲਦਾ ਆ ਰਿਹਾ, ਇਹ ਅੱਜ ਵਰਤਾਰਾ ਨਹੀਂ ਹੋਇਆ। ਪਰ ਸਾਨੂੰ ਕਈ ਵਾਰੀ ਲੱਗਦਾ ਕਿ ਕਈ ਵਾਰੀ ਰਾਜਨੀਤਿਕ ਹਾਲਾਤ ਇੱਦਾਂ ਦੇ ਬਣ ਜਾਂਦੇ ਆ ਜਾਂ ਬਣਾਏ ਜਾਂਦੇ ਆ ਕਿ ਜਿਹਦੇ ਵਿੱਚ ਇਸ ਕਿਸਮ ਦੇ ਵਰਤਾਰੇ ਨੂੰ ਉਭਾਰਨ ਦੀ ਜਿਹੜੀ ਆ ਕੋਸ਼ਿਸ਼ ਕੀਤੀ ਜਾਂਦੀ ਆ। ਤੁਸੀਂ ਦੇਖੋ ਨਾ, ਜਿਹੜੀਆਂ ਖਾਸ ਕਰਕੇ ਜਿਹੜੀ ਇੱਕ ਪਾਰਟੀ ਕਲੇਮ ਕਰਦੀ ਸੀਗੀ, ਜਿਹੜੀ ਸਿੱਖਾਂ ਨੂੰ ਰਿਪਰੈਜ਼ੈਂਟ ਕਰਦੀ ਸੀ, ਉਹਦਾ ਅੱਜ ਕੀ ਹਾਲ ਹੈਗਾ ਹੁਣ ਇਸ ਵੇਲੇ? ਕਿਉਂਕਿ ਅਸੀਂ 21ਵੀਂ ਸਦੀ ਦੇ ਵਿੱਚ ਰਹਿ ਰਹੇ ਹਾਂ। ਜੇ ਅਸੀਂ ਹੁਣੇ ਵੀ 15ਵੀਂ 16ਵੀਂ 17ਵੀਂ ਸਦੀ ਵਾਲੀਆਂ ਧਾਰਨਾਵਾਂ ਦੇ ਨਾਲ ਅੱਗੇ ਵਧਣ ਦੀ ਕੋਸ਼ਿਸ਼ ਕਰਾਂਗੇ, ਠੀਕ ਆ, ਉਹਨਾਂ ਦਾ ਆਪਣਾ ਫਰਜ਼ ਬਣਦਾ ਹੈ ਸੇਧ ਦੇਣਾ, ਪਰ ਜਿਹੜੀ ਕਮਿਊਨਿਟੀ ਆ ਜੀ ਉਹਦਾ ਅਸਰ ਨਾ ਹੋਵੇ। ਅਸੀਂ ਆਖਿਆ ਦੇਖਿਆ ਕਿ ਸਾਡੇ ਜਿਹੜੇ ਪੋਲੀਟੀਕਲ ਲੀਡਰਸ ਹੈਗੇ ਆ, ਜਿਹੜੇ ਉਹ ਅੱਜ ਕੱਲ੍ਹ ਭਾਸ਼ਣ ਦਿੰਦੇ ਆ ਜਾਂ ਜੋ ਵੀ ਉਹ ਗੱਲਾਂ ਕਹਿੰਦੇ ਆ, ਲੋਕੀ ਉਹਨਾਂ ਤੇ ਹੱਸਦੇ। ਕਿਉਂ ਹੱਸਦੇ? ਉਹਨਾਂ ਨੂੰ ਪਤਾ ਵਾ ਵੀ ਇਹਨਾਂ ਦਾ ਜਾਂ ਕਹਿਣੀ ਤੇ ਕਥਨੀ 'ਚ ਬਹੁਤ ਵੱਡਾ ਫਰਕ ਹੈ। ਇਸ ਵੇਲੇ ਜਿਹੜੀ ਹੈਗੀ ਆ, ਸਾਨੂੰ ਸਾਰਿਆਂ ਨੂੰ ਆਪਣੀ ਇੰਟਰੋਸਪੈਕਸ਼ਨ ਕਰਨ ਦੀ ਲੋੜ ਹੈਗੀ ਆ ਕਿ ਕਿਹੜੀ ਗੱਲ ਜਿਹੜੀ ਹੈਗੀ ਆ ਲੋਕ ਮੰਨਦੇ ਆ। ਅਸੀਂ ਇੱਕ ਗਲੋਬਲਾਈਜ਼ ਵਰਲਡ ਦੇ ਵਿੱਚ ਰਹਿ ਰਹੇ ਹਾਂ। ਜਿਹੜੀ ਨਵੀਂ ਪੀੜ੍ਹੀ ਹੈਗੀ ਆ ਉਹ ਇੱਕ ਉਸ ਸੰਸਾਰ 'ਚ ਰਹਿ ਰਹੀ ਆ ਜਿੱਥੇ ਉਹ ਆਪਣਾ ਚੰਗਾ ਮਾੜਾ ਜਾਂ ਉਹਨਾਂ ਨੂੰ ਆਪਣਾ ਭਵਿੱਖ ਜਿਹੜਾ ਵਾ ਉਸ ਤਰੀਕੇ ਦਾ ਦਿਖਦਾ ਹੈ ਕਿ ਕਿਸ ਤਰੀਕੇ ਦੇ ਨਾਲ ਆਪਣਾ ਭਵਿੱਖ ਸੰਵਾਰ ਸਕਦੇ ਆ। ਸੋ ਮੇਰਾ ਕਹਿਣ ਤੋਂ ਭਾਵ ਹੈ ਕਿ ਕੰਪਲੈਕਸ ਵਰਲਡ ਹੈਗੀ ਆ, ਔਰ ਕੰਪਲੈਕਸ ਵਰਲਡ ਦੇ ਵਿੱਚ ਪ੍ਰੋਬਲਮ ਵੀ ਕੰਪਲੈਕਸ ਹੈ, ਔਰ ਇਹ ਕੰਪਲੈਕਸ ਪ੍ਰੋਬਲਮ ਨੂੰ ਰਿਜ਼ੋਲਵ ਕਰਨ ਵਾਸਤੇ ਤੁਹਾਨੂੰ ਜਿਹੜੇ ਮਾਡਰਨ ਟੂਲਸ ਟੈਕਨੀਕਸ ਹੈਗੇ ਆ ਉਹਨਾਂ ਨੂੰ ਯੂਜ਼ ਕਰਨਾ ਪੈਂਦਾ ਹੈ ਜਾਂ ਪੈਣਾ, ਜੇ ਤੁਸੀਂ ਅੱਗੇ ਵਧਣਾ ਚਾਹੁੰਦੇ ਹੋ। ਜੇ ਆਪਾਂ ਇਹਨਾਂ ਗੱਲਾਂ 'ਚ ਹੀ ਪੈ ਰਹੇ, ਅਸੀਂ ਦੇਖਿਆ ਸੀ ਕਿ 70 ਦੇ ਵਿੱਚ ਵੀ ਕਿਸੇ ਸਮੇਂ ਦੇ ਵਿੱਚ ਇਹ ਗੱਲ ਨੂੰ ਲੈਜੀਟੀਮਾਈਜ਼ ਕੀਤਾ ਗਿਆ ਸੀਗਾ। ਪਿੰਡਾਂ ਵਾਲੇ ਸਮੇਂ ਦੇ ਵਿੱਚ ਉਹਨਾਂ ਨੇ ਵੀ ਕਿਹਾ ਸੀਗਾ ਕਿ ਹਰ ਸਿੱਖ ਨੂੰ ਜਿਹੜਾ ਉਹ ਹਥਿਆਰ ਰੱਖਣਾ ਚਾਹੀਦਾ। ਰੱਖਿਆ ਨਹੀਂ ਜਾ ਸਕਦਾ, ਮੈਂ ਕਹਿੰਦਾ ਵੀ ਰੱਖਿਆ ਨਹੀਂ ਜਾ ਸਕਦਾ। ਸਿੱਖਾਂ ਦੇ ਵਿੱਚ ਵੀ ਹੋਮੋਜੀਨਿਟੀ ਨਹੀਂ ਹੈ, ਸਿੱਖ ਵੀ ਸਾਰੇ ਇੱਕ ਸੋਚ ਵਾਲੇ ਨਹੀਂ ਹੈ, ਇੱਕ ਵਿਚਾਰਧਾਰਾ ਵਾਲੇ ਨਹੀਂ ਹੈ। ਹੋ ਸਕਦਾ ਤੁਸੀਂ ਅਸੀਂ ਜਿਹੜੀਆਂ ਉਹ ਸਿੱਖਾਂ ਦੀ ਪਰਿਭਾਸ਼ਾ ਦੇ ਵਿੱਚ ਨਾ ਆਉਂਦੇ ਹੋਈਏ, ਤਾਂ ਉਹ ਵੀ ਡਿਵਾਈਡਡ ਹੈ। ਹੁਣ ਮੈਂ ਵੇਖਿਆ ਕਿ ਇੱਕ ਬੀਜੇਪੀ ਦਾ ਸਿੱਖ ਜਿਹੜਾ ਹੈਗਾ ਸੀ, ਉਹ ਕਿੰਨਾ ਜ਼ਬਰਦਸਤ ਜਿਹੜਾ ਬਿਆਨ ਦੇ ਰਿਹਾ ਉਸ ਪਾਸੇ ਵੱਲੋਂ ਕਰਕੇ, ਉਹ ਡਿਵਾਈਡਡ ਹੈ। ਤਾਂ ਮੇਰਾ ਕਹਿਣ ਤੋਂ ਭਾਵ ਹੈਗਾ ਕਿ ਲਾਰਜਰ ਕੰਟੈਕਸਟ ਦੇ ਵਿੱਚ, ਬ੍ਰੌਡਰ ਕੰਟੈਕਸਟ ਦੇ ਵਿੱਚ, ਜਿੱਥੇ ਅਸੀਂ ਆਪਣੀ ਜਿਹੜੀ ਭਾਈਚਾਰਾ ਹੈ ਜਾਂ ਯੰਗ ਪਾਪੂਲੇਸ਼ਨ ਹੈ, ਹੁਣ ਇਸ ਵੇਲੇ ਸਭ ਤੋਂ ਵੱਡੀ ਜਿਹੜੀ ਤਰਾਸਦੀ ਸਾਡੀ ਇਹ ਹੈਗੀ ਆ
ਕਿ ਇਸ ਵੇਲੇ ਜਿਹੜੀ ਯੰਗ ਪਾਪੂਲੇਸ਼ਨ ਆ, ਜਿਹੜਾ ਸਾਨੂੰ ਅਸੀਂ ਫਿਊਚਰ ਕਹਿੰਦੇ ਆ, ਉਹ ਮੰਝਧਾਰ ਦੇ ਵਿੱਚ ਉਹਨਾਂ ਨੂੰ ਕੋਈ ਡਾਇਰੈਕਸ਼ਨ ਦਿੱਤੀ ਨਹੀਂ ਜਾ ਰਹੀ, ਜਾਂ ਡਾਇਰੈਕਸ਼ਨ ਜਿਹੜੀ ਇੰਡੀਵਿਜੂਅਲ ਫੈਮਿਲੀ ਦੇ ਤੌਰ ਤੇ ਦਿੱਤੀ ਜਾਂਦੀ ਆ। ਔਰ ਫੈਮਿਲੀ ਜਿਹੜੀ ਹੈਗੀ ਆ, ਉਹ ਇਸ ਵੇਲੇ ਅਸੀਂ ਪੋਲਿਟਿਕਸ ਆਫ ਐਸਕੇਪਿਜ਼ਮ ਦੇ ਵਿੱਚ ਹੈਗੇ ਆ ਵੀ ਇੱਥੋਂ ਨਿਕਲੋ ਯਾਰ, ਆਪਣੇ ਨਿਆਣੇ ਨੂੰ ਕੱਢੋ ਇੱਥੋਂ, ਜਿੱਦਾਂ ਵੀ ਜਾਇਆ ਜਾਂਦਾ ਇਹਨੂੰ ਛੱਡ ਕੇ ਬਾਹਰ ਜਾਓ, ਜਾਂ ਆਹ ਤਰੀਕਾ ਅਡਾਪਟ ਕਰ ਲਓ। ਸਾਡੇ 'ਚ ਜਿਹੜੀਆਂ ਕਮਿਊਨਿਟੀ ਫੀਲਿੰਗ ਵਾਲਾ ਪਾਸਾ ਹੈਗਾ ਸੀ, ਜਿਹੜੀ ਕਲੈਕਟਿਵ ਅੰਡਰਸਟੈਂਡਿੰਗ ਵਾਲਾ ਪਾਸਾ ਸੀਗਾ, ਜਿਹੜੀ ਕਿ ਮੈਨੂੰ ਲੱਗਦਾ, ਮੈਨੂੰ ਜ਼ਿਆਦਾ ਤਾਂ ਗਿਆਨ ਨਹੀਂ ਹੈ, ਪਰ ਮੈਨੂੰ ਲੱਗਦਾ ਵੀ ਸਿੱਖੀ ਦੀ ਸਭ ਤੋਂ ਵੱਡੀ ਜਿਹੜੀ ਦੇਣ ਹੈਗੀ ਆ, ਵੱਡੀਆਂ ਦੇਣਾਂ ਦੀ ਜੋ ਇੱਕ ਦੇਣ ਹੈਗੀ ਆ, ਕਿ ਉਹਨਾਂ ਕਲੈਕਟਿਵਿਟੀ ਦੀ ਗੱਲ ਕੀਤੀ ਆ। ਚਾਹੇ ਉਹ ਲੰਗਰ ਦੇ ਤੌਰ ਦੇ ਉੱਤੇ ਆਈ ਸੀਗੀ, ਚਾਹੇ ਭਾਈਚਾਰੇ ਦੇ ਤੌਰ ਤੇ ਆਈ ਸੀਗੀ, ਚਾਹੇ ਪੰਥਕ ਜਿਹੜਾ ਹੁੰਦਾ ਸੀ ਖਾਲਸਾ ਪੰਥ ਸੀ ਉਹਦੇ ਵਿੱਚੋਂ ਆਈ ਸੀਗੀ, ਜਾਂ ਵੱਡੇ ਵੱਡੇ ਜਿਹੜੇ ਬਹਿ ਕੇ ਫੈਸਲੇ ਕਰਨ ਦੇ ਵਿੱਚੋਂ ਆਈ ਸੀ, ਉਹ ਪਾਰਟ ਮਿਸਿੰਗ ਆ। ਬਹੁਤ ਹੀ ਸਿਰ ਜੋੜ ਕੇ ਔਰ ਬਹੁਤ ਹੀ ਸੰਜੀਦਗੀ ਨਾਲ, ਸਾਡੇ ਮਸਲੇ ਬਹੁਤ ਸੀਰੀਅਸ ਆ। ਆਉਣ ਵਾਲੇ ਸੁਖਵਿੰਦਰ ਜੀ 10 15 20 ਸਾਲਾਂ ਨੂੰ, ਮੈਂ ਤਾਂ ਹੁਣ ਵੀ ਕਹਿਣਾ, ਅੱਗੇ ਵੀ ਤੁਹਾਡੇ ਨਾਲ ਗੱਲ ਕੀਤੀ ਸੀ, 2021 ਦੀ ਸੈਂਸਸ ਆ ਲੈਣ ਦਿਓ। ਉਹ ਸੈਂਸਸ ਦੇ ਵਿੱਚ ਜਿਹੜਾ ਮੈਨੂੰ ਲੱਗਦਾ ਹੈ ਕਿ ਜਿਹੜੇ ਤੁਹਾਨੂੰ ਡਾਟੇ ਮਿਲਣੇ ਆ, ਉਹ ਸਾਡੇ ਸਾਰਿਆਂ ਲਈ ਜਿਹੜਾ ਬਹੁਤ ਚਿੰਤਾ ਦਾ ਕਾਰਨ ਬਣਨ ਵਾਲੀ ਗੱਲ ਆ। ਖਾਸ ਕਰਕੇ ਜੇ ਆਪਾਂ ਨੂੰ ਉਸ ਐਂਗਲ ਤੋਂ ਦੇਖਦੇ ਆ ਕਿ ਪੰਜਾਬ ਦੇ ਵਿੱਚ ਕਮਿਊਨਿਟੀ ਦੀ ਜਿਹੜੀ ਹੈਗੀ ਆ, ਮੈਜੋਰਟੀ ਦੀ ਗੱਲ ਕਰਦੇ ਆ, ਉਹਦੇ ਬੋਲਬਾਲੇ ਦੀ ਗੱਲ ਕਰਦੇ ਆ, ਜਾਂ ਸਾਡਾ ਇੱਥੇ ਜਿਹੜਾ ਹੈਗਾ ਇੱਕ ਕਿਸਮ ਦਾ ਸਾਡਾ ਇੱਕ ਬੇਸ ਹੈ ਇਸ ਕਮਿਊਨਿਟੀ ਦੀ, ਮਤਲਬ ਖਾਸ ਕਰਕੇ ਵਿਜ਼ੇ ਵਿੱਚ ਜਿਹੜੀ ਮੈਜੋਰਟੀ ਕਮਿਊਨਿਟੀ ਦੇ ਵਿੱਚ ਜਾਂ ਦੂਸਰੀਆਂ ਮਿਨੋਰਟੀ ਕਮਿਊਨਿਟੀ ਦੇ ਨਾਲ ਇੱਕੋ ਐਡਵਾਂਟੇਜ ਹੈ ਕਿ ਸਾਡੇ ਕੋਲ ਇੱਕ ਜਗ੍ਹਾ ਹੈਗੀ ਆ, ਉਸ ਜਗ੍ਹਾ ਦੇ ਵਿੱਚ ਸਾਡੀ ਬੋਲਤਾ ਹੈਗੀ ਆ, ਉਹ ਜਗ੍ਹਾ ਦੇ ਵਿੱਚ ਸਾਡੀਆਂ ਜਿਹੜੀਆਂ ਹੈਗੀਆਂ ਧਾਰਮਿਕ ਸੰਸਥਾਵਾਂ ਹੈਗੀਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈਗੀ ਆ, ਅਕਾਲ ਤਖਤ ਸਾਹਿਬ ਹੈਗਾ, ਜਿਹਦਾ ਬਾਹਰ ਬੈਠੇ ਪੰਜਾਬ ਦੇ ਲੋਕਾਂ ਨੂੰ ਬਹੁਤ ਵੱਡਾ ਆਸਰਾ ਹੈ, ਬਹੁਤ ਵੱਡਾ ਹੌਸਲਾ ਹੈ। ਔਰ ਉਹਨਾਂ ਨੂੰ ਲੱਗਦਾ ਹੈ ਕਿ ਜੇ ਸਾਡੇ ਤੇ ਕੋਈ ਸਮੱਸਿਆ ਆਉਂਦੀ ਆ ਤੇ ਸਾਡਾ ਕੋਈ ਨਾ ਕੋਈ ਪਿੱਛੇ ਘਰ ਹੈਗਾ ਜਿਹੜੀ ਸਾਡੀ ਦੇਖਭਾਲ ਕਰ ਲਊਗਾ। ਸੋ ਮੇਰਾ ਕਹਿਣ ਤੋਂ ਭਾਵ ਹੈਗਾ ਕਿ ਇਹ ਮੁੱਦੇ ਬਹੁਤ ਕੰਪਲੈਕਸ ਆ। ਜੇ ਗੱਲ ਸਿਰਫ ਪੋਲੀਟੀਕਲ ਐਂਗਲ ਤੋਂ ਕੀਤੀ ਜਾਵੇ ਫਿਰ ਤਾਂ ਸੁਸਾਈਡਲ ਹੈਗਾ ਹੀ ਆ। ਫਿਰ ਪਹਿਲਾਂ ਵੀ ਸੁਸਾਈਡ ਹੋ ਰਿਹਾ ਸੀ 30 ਸਾਲਾਂ ਦੇ ਉੱਤੋਂ, ਕਿੱਦਾਂ ਨਸ਼ਾ ਕੀ ਹੋ ਗਿਆ, ਕਿਸਾਨ ਕਿੱਥੇ ਪਹੁੰਚ ਗਏ, ਫਿਰ ਲੋਕਾਂ ਨੇ ਉਸ ਪਾਰਟੀਆਂ ਨੂੰ ਰਿਸਪੌਂਡ ਕਿੱਦਾਂ ਕੀਤਾ। ਤਾਂ ਮੇਰਾ ਕਹਿਣ ਤੋਂ ਭਾਵ ਹੈਗਾ ਕਿ ਸਾਰੀਆਂ ਗੱਲਾਂ ਨੂੰ ਸੋਚ ਸਮਝ ਕੇ, ਸਾਰੇ ਪਾਸੇ ਜਿਹੜੇ ਉਹਨਾਂ ਨੂੰ ਵੇਖ ਕੇ, ਜੇ ਫਿਰ ਕੋਈ ਨਾ ਕੋਈ ਉਹ 'ਚੋਂ ਪਹੁੰਚ ਕੱਢੀ ਜਾਵੇ ਕਿ ਆਪਣੇ ਆਪ ਨੂੰ ਕਿੱਦਾਂ ਸੁਰੱਖਿਅਤ ਕਰਨਾ ਹੈ, ਆਪਣੇ ਆਪ ਨੂੰ ਸਮਾਜ 'ਚ ਕਿੱਦਾਂ ਅੱਗੇ ਲੈ ਕੇ ਜਾਣਾ ਹੈ, ਜਾਂ ਆਪਣੇ ਆਪ ਨੂੰ ਕਿੱਦਾਂ ਇੱਕ ਜਿਹੜੀ ਪੋਜੀਸ਼ਨ ਸਾਡੀ ਹੈਗੀ ਉਹਦੇ ਵਿੱਚ ਲੈ ਕੇ ਜਾਣਾ, ਤੁਹਾਡੇ ਕੋਲ ਪੋਟੈਂਸ਼ੀਅਲ ਹੈਗਾ। ਤੁਹਾਡੀ ਜਿਹੜੀ ਖਾਸ ਕਰਕੇ ਫਿਲਾਸਫੀ, ਜਿਹੜੀ ਸਿੱਖ ਫਿਲਾਸਫੀ ਹੈਗੀ ਆ, ਉਹ 'ਚ ਬਹੁਤ ਵੱਡਾ ਪੋਟੈਂਸ਼ੀਅਲ ਆ, ਸਾਰੀ ਦੁਨੀਆ ਮੰਨਦੀ ਆ। ਉਹਦੇ ਵਿੱਚ ਸਾਇੰਸ ਹੀ ਸਾਇੰਸ ਦਿਖਾਈ ਦਿੰਦੀ ਹੈ ਜੇ ਆਪਾਂ ਉਸ ਨਜ਼ਰੀਏ ਨਾਲ ਦੇਖਣਾ ਚਾਹੁੰਦੇ ਹਾਂ। ਬਾਕੀ ਇਹ ਡਿਪੈਂਡ ਕਰਦਾ ਵੀ ਅਸੀਂ ਉਹਨੂੰ ਲਾਰਜਰ ਕੰਟੈਕਸਟ ਦੇਖਣਾ ਚਾਹੁੰਦੇ ਹਾਂ ਜਾਂ ਅਸੀਂ ਕਿਸੇ ਪਰਟੀਕੁਲਰ ਸਪੈਸੀਫਿਕ ਕੰਟੈਕਸਟ ਦੇਖਣਾ ਚਾਹੁੰਦੇ ਹਾਂ। ਲਾਰਜਰ ਕੰਟੈਕਸਟ ਦੇਖਾਂਗੇ ਤੇ ਮੈਨੂੰ ਜਾਪਦਾ ਵੀ ਸਾਡੀ ਜ਼ਿਆਦਾ ਉਹਦੇ ਵਿੱਚ ਭਲਾਈ ਸਾਰਿਆਂ ਦੀ ਹੋਊਗੀ। ਬਿਲਕੁਲ। ਜਦੋਂ ਤੁਸੀਂ ਗੱਲ ਕਰਦੇ ਹੋ ਕਿ ਚਿੰਤਤ ਨੇ, ਮਾਪੇ ਵੀ ਚਿੰਤਤ ਨੇ ਕਿ ਬੱਚਿਆਂ ਦਾ ਭਵਿੱਖ ਸਵਾਰਨਾ, ਤਾਂ ਇੱਥੇ ਤਾਂ ਕੁਝ ਹੈ ਨਹੀਂ, ਵਿਹਲੇ ਰਹਿ ਗਏ ਤਾਂ ਸ਼ੈਤਾਨ ਦਾ ਘਰ। ਮੁੱਖ ਮੰਤਰੀ ਸਾਹਿਬ ਵੀ ਕਹਿੰਦੇ ਨੇ, ਇਹਨਾਂ ਨੇ ਇੱਕ ਸਾਈਕਲ ਰੈਲੀ ਕੀਤੀ। ਨਸ਼ਿਆਂ ਦੀ ਗੱਲ ਜੇ ਤੁਸੀਂ ਕਰਦੇ ਹੋ ਤੇ ਉਹਨੂੰ ਹੋਰ ਅੱਗੇ ਵਧਾਉਣ ਦੀ ਲੋੜ ਹੈ, ਕਿਉਂਕਿ ਜਥੇਦਾਰ ਸਾਹਿਬ ਨੂੰ ਇਸ ਪਾਸੇ ਵੱਲ ਵੀ ਧਿਆਨ ਦੇਣ ਦੀ ਲੋੜ ਹੈ ਕਿ ਜੇ ਅੱਜ ਸਿੱਖ ਪਰਿਵਾਰਾਂ ਦੇ ਵਿੱਚ ਨਸ਼ੇ ਆ ਰਹੇ ਨੇ ਤਾਂ ਉਹਦਾ ਕਾਰਨ ਕੀ ਹੈ। ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਉੜਤਾ ਪੰਜਾਬ ਨਹੀਂ ਹੁਣ ਰਹਿਣ ਦੇਣਾ, ਇਹ ਅਸੀਂ ਪੜ੍ਹੋ ਪੰਜਾਬ ਤੇ ਖੇਡੋ ਪੰਜਾਬ ਬਣਾ ਦੇਣਾ। ਪਰ ਕੀ ਇਹਦੇ ਲਈ ਅੱਜ ਵੀ ਸਾਈਕਲ ਰੈਲੀਆਂ ਜਾਂ ਇਸ ਤਰ੍ਹਾਂ ਦੀ ਮਤਲਬ ਕਿ ਕੋਈ ਸਿਆਸੀ ਕਹਿ ਲਓ ਕਿ ਰੈਲੀਆਂ ਕਰਨ ਦੀ ਲੋੜ ਹੈ, ਬਜਾਏ ਇਸਦੇ ਕਿ ਕੰਮ ਕੀਤਾ ਜਾਏ। ਜੇ ਪੜ੍ਹੋ ਪੰਜਾਬ ਤੇ ਖੇਡੋ ਪੰਜਾਬ ਵੱਲ ਕੰਮ ਤੁਹਾਨੂੰ ਪਤਾ ਹੈ ਕਿ ਇਹ ਕਰਨ ਵਾਲਾ ਹੈ, ਤਾਂ ਇਸ ਪਾਸੇ ਵੱਲ ਨੂੰ ਕੀਤਾ ਜਾਏ, ਬਜਾਏ ਇਸਦੇ ਕਿ ਰੈਲੀਆਂ ਕਰ ਦੋ, ਉਹਦੇ ਵਿੱਚ ਪ੍ਰਚਾਰ ਕਰੋ, ਫੋਟੋਆਂ ਲੁਹਾ ਲਓ ਤੇ ਬਸ। ਸੁਖਵਿੰਦਰ ਜੀ, ਹਰ ਚੀਜ਼ ਦੇ ਦੋ ਪਾਸੇ ਹੁੰਦੇ ਆ। ਇੱਕ ਤਾਂ ਜਿਹੜੀ ਗੱਲ ਤੁਸੀਂ ਕੀਤੀ ਕਿ ਬਾਈ ਇਲੈਕਸ਼ਨ ਆਉਣ ਵਾਲੀ ਆ, ਸੰਗਰੂਰ ਦੀ ਰੈਲੀ ਉਹਨਾਂ ਨੇ ਉੱਥੋਂ ਸ਼ੁਰੂ ਕੀਤੀ, ਉਹਨਾਂ ਦਾ ਹੋਮ ਡਿਸਟ੍ਰਿਕਟ ਵੀ ਹੈਗਾ, ਸਾਰੀ ਗੱਲ ਹੈਗੀ ਆ। ਦੂਸਰੀ ਗੱਲ ਹੈ ਕਿ ਬਹੁਤ ਲੰਮੇ ਸਮੇਂ ਬਾਅਦ ਮੈਂ ਵੇਖਿਆ ਕਿ ਕੋਈ ਚੀਫ ਮਿਨਿਸਟਰ ਸਾਈਕਲ ਤੇ ਚੜ੍ਹ ਕੇ ਜਿਹੜਾ ਹੈਗਾ ਨਾ, ਉਹ ਆਮ ਲੋਕਾਂ ਦੇ ਨਾਲ ਸਾਈਕਲ ਚਲਾ ਕੇ ਜਿਹੜਾ ਵਾ ਉਹ ਚੱਲ ਰਿਹਾ, ਤੇ ਉਹਦੇ ਮਗਰ ਕਾਫੀ ਲੋਕੀ ਮਿਲ ਰਿਹਾ। ਪਹਿਲੇ ਸਮੇਂ ਜਿਹੜੇ ਸਾਨੂੰ ਮੁੱਖ ਮੰਤਰੀ ਸਾਹਿਬ ਮਿਲਦੇ ਸੀਗੇ, ਮੈਨੂੰ ਨਹੀਂ ਲੱਗਦਾ ਵੀ ਪਬਲਿਕ ਸਪੇਸ ਦੇ ਵਿੱਚ ਪਿਛਲੇ 50 ਸਾਲਾਂ ਦੇ ਵਿੱਚ, ਜਾਂ ਗਿਆਨੀ ਜੈਲ ਸਿੰਘ ਦੇ ਸਮੇਂ ਦਾ ਮੈਨੂੰ ਪਤਾ ਨਹੀਂ ਹੈ, ਉਹ ਤੋਂ ਬਾਅਦ ਕਿਸੇ ਨੇ ਸਾਈਕਲ ਚਲਾਇਆ ਹੋਊਗਾ ਜਾਂ ਸਾਈਕਲ ਚਲਾ ਕੇ ਮੈਸੇਜ ਦੇਣ ਦੀ ਗੱਲ ਕੀਤੀ ਹੋਊਗੀ। ਨਸ਼ਿਆਂ ਦੀ ਸਮੱਸਿਆ ਬਹੁਤ ਡੂੰਘੀ ਆ, ਇਹ ਸਮਾਜਿਕ ਸਮੱਸਿਆ ਹੈਗੀ ਆ। ਬਾਕੀ ਹੋਰ ਇਹਦੇ ਆਸਪੈਕਟ ਵੀ ਹੈਗੇ ਆ, ਆਰਥਿਕ ਵੀ ਹੈਗੀ, ਘਰਾਂ ਨੂੰ ਡੋਬਦੀ ਆ, ਰਾਜਨੀਤਿਕ ਵੀ ਹੈਗੀ, ਇਹਨੇ ਸਾਨੂੰ ਹੋਪਲੈਸਨੈਸ ਕੀਤਾ ਵਾ, ਇਹਨੇ ਸਾਡੀ ਜਵਾਨੀ ਵੀ ਮਾਰੀ, ਉਹ ਵੀ ਹੈਗਾ ਵਾ, ਘਰਾਂ 'ਚ ਕਲੇਸ਼ ਪਾਇਆ, ਸਾਰਾ ਕੁਝ ਹੈਗਾ, ਕਿਉਂਕਿ ਇਹ ਸਮਾਜਿਕ ਬਹੁਤ ਵੱਡੀ ਸਮੱਸਿਆ ਬਣ ਗਈ। ਔਰ ਸਮੱਸਿਆ ਨੂੰ ਬਣਾਉਣ ਵਾਲੇ ਤੁਸੀਂ ਅਸੀਂ ਲੋਕ ਹੀ ਹਾਂ। ਸਮੱਸਿਆ ਨੂੰ ਬਣਾਉਣ ਵਾਲੇ ਜਿਹੜੇ ਇੱਥੋਂ ਦੇ ਹਾਕਮ ਸੀਗੇ, ਜਾਂ ਜਿਹੜੀ ਇੱਥੋਂ ਦੇ ਢਾਂਚਾ ਸੀ ਜਿਹਦੇ ਉੱਤੇ ਸਾਨੂੰ ਆਸ ਸੀ ਉਹਨੂੰ ਠੀਕ ਕਰਨਾ। ਤੁਸੀਂ ਪੰਜਾਬ ਪੁਲਿਸ ਅਕੈਡਮੀ ਦੀਆਂ ਖਬਰਾਂ ਪੜ੍ਹ ਕੇ ਬਹੁਤ ਦੁੱਖ ਲੱਗਦਾ ਹੈ।
ਮੈਂ ਵੀ ਉੱਥੇ ਕਈ ਵਾਰੀ ਪਹਿਲਾਂ ਲੈਕਚਰ ਦੇਣ ਜਾਂਦਾ ਸੀ, ਜਦੋਂ ਨਵੇਂ ਟ੍ਰੇਨਿੰਗ IPS ਦੇ ਦੂਸਰੇ ਆਉਂਦੇ ਹੁੰਦੇ ਸੀਗੇ। ਲੱਗਦਾ ਸੀ ਵੀ ਇਹ ਬਹੁਤ ਇੱਥੇ ਜਿਹੜਾ ਸਾਡੇ ਲਈ ਇੱਕ ਬਹੁਤ ਚੁਸਤ ਦਰੁਸਤ ਵਾਲਾ ਇਲਾਕਾ ਹੈ। ਇੰਨੀਆਂ ਜੜ੍ਹਾਂ ਖੋਖਲੀਆਂ ਹੋ ਚੁੱਕੀਆਂ, ਨਸ਼ਾ ਇੰਨਾ ਘਰ ਕਰ ਚੁੱਕਾ ਹੈ। ਇਸੇ ਕਰਕੇ ਮੈਂ ਕਿਹਾ ਹੈਗਾ ਕਿ ਪੰਜਾਬ 'ਚ ਲੋਕਾਂ ਦਾ ਦਿਲ ਲੱਗਣੋਂ ਹਟ ਗਿਆ। ਪੰਜਾਬ 'ਚ ਲੋਕਾਂ ਦੀ ਸੈਂਸ ਆਫ ਬਿਲੋਂਗਿੰਗ ਜਿਹੜੀ ਆ ਉਹ ਖਤਮ ਹੋਈ ਜਾਂਦੀ ਆ। ਉਹਨੂੰ ਰਿਵਾਈਵ ਕਰਨਾ, ਰੈਲੀਆਂ ਠੀਕ ਆ, ਉਹਨਾਂ ਦਾ ਪੋਲੀਟੀਕਲ ਮਕਸਦ ਹੋ ਸਕਦਾ ਵਾ, ਉਹਦੇ ਨਾਲ ਮੈਸੇਜ ਵੀ ਜਾਂਦਾ ਹੈ, ਇਹ ਜ਼ਰੂਰੀ ਹੈ। ਪਰ ਇਹੋ ਜਿਹੀਆਂ ਰੈਲੀਆਂ ਜਿਹੜੀਆਂ ਹੈਗੀਆਂ ਉਹ ਜੇ ਹੋ ਸਕੇ ਤਾਂ ਪਿੰਡਾਂ ਦੇ ਵਿੱਚ ਵੀ ਹੋਣੀਆਂ ਚਾਹੀਦੀਆਂ। ਇਹਨਾਂ ਦੇ ਜਿਹੜੇ ਖਾਸ ਕਰਕੇ ਕਾਰਕੁਨ ਹੈਗੇ ਆ, ਪਰ ਉਹ ਸਾਡਾ ਜੀ ਉਸ ਕਿਸਮ ਦਾ ਸੁਭਾਅ ਨਹੀਂ ਬਣਿਆ। ਅਸੀਂ ਜ਼ਿਆਦਾ ਨਾਟਕਬਾਜ਼ੀ ਵਾਲੇ ਪਾਸੇ ਵੱਲ ਹੈਗੇ ਆ, ਜ਼ਿਆਦਾ ਸਾਨੂੰ ਲੱਗਦਾ ਹੁੰਦਾ ਫੋਟੋ ਵਾਲਾ ਪਾਸਾ ਹੁੰਦਾ ਵਾ, ਦੂਸਰਾ ਹੁੰਦਾ। ਢਾਂਚਾ ਬਦਲਣਾ ਪਊਗਾ। ਸਕੂਲ ਬਣਾ ਕੇ ਹਰ ਸਕੂਲ ਦੇ ਵਿੱਚ 5-7 ਕਿਲੋਮੀਟਰ ਦੇ ਵਿੱਚ ਸਟੇਡੀਅਮ, ਛੋਟੇ ਪਿੰਡਾਂ ਦੇ ਵਿੱਚ, ਮੈਂ ਨਹੀਂ ਕਹਿੰਦਾ ਬਹੁਤ ਵੱਡੇ ਵੱਡੇ ਸਟੇਡੀਅਮ ਹੈਗੇ ਆ, 2-2 3-3 ਕਿੱਲੇ ਪੰਚਾਇਤਾਂ ਦੀਆਂ ਜ਼ਮੀਨਾਂ ਖਾਲੀ ਕਰਾ ਰਹੇ ਆ, ਉੱਥੇ ਖੇਡ ਦੇ ਮੈਦਾਨ ਬਣਾ ਲਓ। ਉਹਦੇ ਵਿੱਚ ਤੁਸੀਂ ਜਿਹੜੀਆਂ ਸਾਰੀਆਂ ਬੇਸਿਕ ਫੈਸਿਲਿਟੀ ਪ੍ਰੋਵਾਈਡ ਕਰ ਦਿਓ। 2-4 ਫੁੱਟਬਾਲ ਹੀ ਚਾਹੀਦੇ ਆ ਨਾ, ਜਿਹੜੀ ਦੀਵਾਰ ਕਰ ਦਿਓ ਉਹਦੇ ਵਿੱਚੋਂ ਕਰਕੇ, ਉਹਨੂੰ ਸਾਫ਼ ਸੁਥਰਾ ਕਰ ਦਿਓ, ਇਨਵੋਲਵ ਕਰ ਲਓ ਹਰ ਇੱਕ ਨੂੰ, ਉਸ ਪਾਸੇ ਲੈ ਕੇ ਜਾਓ। ਹਾਂ, ਦੂਸਰਾ ਨਾਲ ਇਹ ਹੈਗਾ ਕਿ ਸਰਕਾਰ ਨੂੰ ਹਰ ਸਾਲ, ਭਾਵੇਂ ਉਹ ਹਰ ਮਹਿਕਮੇ ਵਿੱਚ 10 ਜਿਹੜਾ ਰੁਜ਼ਗਾਰ ਕੱਢੇ, ਭਾਵੇਂ 20 ਕੱਢੇ, ਭਾਵੇਂ ਉਹਦੇ ਲਈ 10 ਲੱਖ ਬੰਦਾ ਪੀਰ ਹੋਵੇ, ਭਾਵੇਂ 20 ਲੱਖ ਬੰਦਾ ਪੀਰ ਹੋਵੇ, ਇਹ ਇੱਕ ਢਾਂਚਾ ਬਣਾਇਆ ਜਾਣਾ ਚਾਹੀਦਾ ਹੈ ਕਿ ਲੋਕਾਂ ਨੂੰ ਨੌਕਰੀ ਮਿਲੂਗੀ, ਭਾਵੇਂ ਉਹ 20 ਬੰਦਿਆਂ ਨੂੰ ਮਿਲੂਗੀ, ਪਰ ਮਿਲੂਗੀ ਮੈਰਿਟ ਦੇ ਉੱਤੇ। ਆਸ ਬਣਾਉਣ ਦੀ ਬਹੁਤ ਜ਼ਰੂਰਤ ਹੈ, ਕਿਉਂਕਿ ਜਿਹੜੀ ਡੈਮੋਕ੍ਰੇਟਿਕ ਪ੍ਰੋਸੈਸ ਹੈਗੀ ਆ, ਡੈਮੋਕ੍ਰੇਸੀ ਆ ਜਾਂ ਲੈਜੀਟੀਮੇਸੀ ਆ, ਉਹ ਆਸ ਦੇ ਉੱਤੇ ਤੁਰੀ ਰਹਿੰਦੀ ਆ ਕਿ ਜੇ ਲੋਕਾਂ ਨੂੰ ਆਸ ਬਣ ਜੇ ਵੀ ਨਹੀਂ ਇਸ ਵਾਰੀ ਨਹੀਂ ਆਈ, ਅਗਲੀ ਵਾਰੀ ਨਹੀਂ ਆਈ, ਹੋਰ ਆ ਜੂਗੀ, ਜਾਂ ਅਖੀਰ ਦੇ ਉੱਤੇ ਇਹ ਸਮਝ ਆ ਜਾਏ ਵੀ ਯਾਰ ਇੱਥੇ ਜਿਹੜਾ ਭਰਤੀ ਹੁੰਦਾ ਵਾ ਜਾਂ ਜਿਹਨੂੰ ਰੁਜ਼ਗਾਰ ਮਿਲਦਾ ਵਾ, ਉਹਨੂੰ ਮੈਰਿਟ ਦੇ ਹਿਸਾਬ 'ਤੇ ਰੁਜ਼ਗਾਰ ਮਿਲਦਾ ਹੈ। ਤਾਂ ਸਰਕਾਰ ਨੂੰ ਖਾਸ ਕਰਕੇ ਰੈਲੀਆਂ ਦੇ ਨਾਲ ਹੋਰ ਬਹੁਤ ਸਾਰੇ ਕੰਮ ਕਰਨ ਵਾਲੇ ਹੈਗੇ ਆ। ਹੁਣ ਇਸ ਵੇਲੇ ਹਰ ਪਾਸੇ ਹਫੜਾ ਦਫੜੀ ਪਈ ਆ। ਕਿਸਾਨਾਂ ਨੂੰ ਲੱਗਦਾ ਵੀ ਸਾਡੀ ਸਭ ਤੋਂ ਵੱਧ ਜਿਹੜੀ ਸਮੱਸਿਆ ਹੈਗੀ ਆ, ਬੇਰੁਜ਼ਗਾਰਾਂ ਨੂੰ ਲੱਗਦੀ ਸਾਡੀ ਸਭ ਤੋਂ ਵੱਧ ਸਮੱਸਿਆ ਹੈਗੀ ਆ, ਜਾਂ ਹੋਰ ਬੰਦਿਆਂ ਨੂੰ ਲੱਗਦਾ ਸਾਡੀ ਵੱਧ ਸਮੱਸਿਆ ਹੈਗੀ ਆ, ਮੁਲਾਜ਼ਮਾਂ ਨੂੰ ਵੀ ਇਹ ਲੱਗਦਾ ਹੋਊਗਾ, ਜਾਂ ਹੋਰ ਨਸ਼ਾ ਜਿਹੜੇ ਖਾਣ ਵਾਲੇ ਉਹਨਾਂ ਨੂੰ ਲੱਗਦਾ ਵੀ ਸਾਡੀ ਬਹੁਤ ਵੱਡੀ ਸਮੱਸਿਆ ਹੈਗੀ ਆ। ਸੋ ਮੇਰਾ ਕਹਿਣ ਤੋਂ ਹੈਗਾ ਕਿ ਮਲਟੀ ਪ੍ਰੋਂਗਡ ਜਿਹੜੀ ਇੱਕ ਸਟ੍ਰੈਟਜੀ ਜਾਂ ਪਾਲਿਸੀ, ਉਹਨੂੰ ਇੰਟੀਗ੍ਰੇਟ ਕਰਕੇ, ਕਿਉਂਕਿ ਸਿਸਟਮ ਕਦੀ ਵੀ ਕੰਪਾਰਟਮੈਂਟਲਾਈਜ਼ ਤਰੀਕੇ ਨਾਲ ਨਹੀਂ ਚੱਲਦਾ, ਇਹਨੂੰ ਇੰਟੀਗ੍ਰੇਟ ਕਰਕੇ ਉਹਨੂੰ ਚਲਾਉਣ ਦੀ ਲੋੜ ਹੈਗੀ ਆ। ਔਰ ਉਹਦੇ ਵਾਸਤੇ ਇਹਨਾਂ ਕੋਲ ਸਾਰਾ ਕੁਝ ਹੈਗਾ। ਹੁਣ ਤਾਂ ਪਾਵਰ, ਬਹੁਤ ਵੱਡੀ ਪਾਵਰ ਉਹਦੇ ਵਿੱਚੋਂ ਹੈਗੀ ਆ। 92 ਇਹਨਾਂ ਕੋਲ MLA ਆਏ ਆ, ਕੋਈ ਸਮੱਸਿਆ ਨਹੀਂ ਹੈਗੀ। 5 ਸਾਲ ਇਹ ਸਰਕਾਰ ਬਹੁਤ ਖੜੀ ਆ। ਔਰ ਮੈਨੂੰ ਲੱਗਦਾ ਹੈ ਵੀ ਜੇ ਸਰਕਾਰ ਇਹ ਸੋਚ ਕੇ ਚੱਲੇ ਵੀ ਇਹਨਾਂ 5 ਸਾਲਾਂ ਦੇ ਵਿੱਚ ਅਗਲੇ ਇਲੈਕਸ਼ਨਾਂ ਦੇ ਚੱਕਰ 'ਚ ਜੇ ਪੈਣਗੇ, ਲੋਕਾਂ ਨੇ ਆਪੇ ਚੁਣ ਦੇਣਾ। ਜੇ ਇਹ ਸੀਰੀਅਸਲੀ ਜਿਹੜੀ ਗੱਲ ਤੁਸੀਂ ਕੀਤੀ ਸੀਗੀ ਇਹ ਕੰਮ ਕਰਨਗੇ, ਫਿਰ ਇਹਨਾਂ ਨੂੰ ਨਟੰਕੀ ਕਰਨ ਦੀ ਕੋਈ ਲੋੜ ਨਹੀਂ ਹੈ। ਫਿਰ ਇਹਨਾਂ ਨੂੰ ਕੋਈ ਬਹੁਤ ਵੱਡਾ ਜਿਹੜਾ ਹੈਗਾ ਇਸ਼ਤਿਹਾਰ ਦੇਣ ਦੀ ਲੋੜ ਨਹੀਂ ਹੈਗੀ। ਹਰ ਵਿਅਕਤੀ ਜਿਹੜਾ ਇਸ ਵੇਲੇ, ਪੰਜਾਬ ਤਾਂ ਬਹੁਤ ਛੋਟਾ ਜਿਹਾ ਹੈਗਾ, ਹਰ ਵਿਅਕਤੀ ਨੂੰ ਪਤਾ ਵੀ ਪੰਜਾਬ ਦੇ ਵਿੱਚ ਕੀ ਹੋ ਰਿਹਾ, ਚੰਗਾ ਹੋ ਰਿਹਾ ਜਾਂ ਮਾੜਾ ਹੋ ਰਿਹਾ। ਤੇ ਮੈਨੂੰ ਇਹ ਲੱਗਦਾ ਵੀ ਇਹ ਜਿਹੜੀ ਖਾਸ ਕਰਕੇ ਇਨੀਸ਼ੀਏਟਿਵ ਹੈਗਾ ਵਾ, ਇਹਨੂੰ ਇਨੀਸ਼ੀਏਟਿਵ ਨੂੰ ਜਿਹੜਾ ਹੈਗਾ ਥੱਲੜੇ ਲੈਵਲ ਤੇ, ਇਹ ਨਹੀਂ ਕਿ CM ਆ ਗਿਆ ਕੱਲ ਨੂੰ ਕੋਈ ਮੰਤਰੀ ਨਾਲ ਆ ਜਾਊਗਾ, ਚਾਹੇ DC ਸਾਹਿਬ ਕੋਈ ਕਰ ਦੂਗਾ ਜਾਂ SS, ਨਹੀਂ। ਪਿੰਡ ਦੇ ਵਿੱਚ ਇਹਨਾਂ ਕੋਈ ਨੰਬਰਦਾਰ ਵੀ ਹੈਗੇ ਆ, ਪਿੰਡ ਦੇ ਵਿੱਚ ਸਰਪੰਚ ਭਾਵੇਂ ਹੋਰ ਕਿਤੋਂ ਵੀ ਚੁਣ ਕੇ ਆਏ, ਉਹਨਾਂ ਦੇ ਨਾਲ ਹੈਗੇ ਆ। ਪਟਵਾਰੀ ਪਿੰਡ ਦੇ ਵਿੱਚ ਬੈਠਾ ਵਾ, ਗ੍ਰਾਮ ਸੇਵਕ ਪਿੰਡ ਦੇ ਵਿੱਚ ਬੈਠਾ ਵਾ। ਮੈਨੂੰ ਲੱਗਦਾ ਕਿ ਇਸ ਵੇਲੇ ਵੱਡੀ ਪੀੜ੍ਹੀ ਸਕੂਲਾਂ ਦੇ ਵਿੱਚ ਯੰਗ ਟੀਚਰਸ ਦੀ ਹੈਗੀ ਆ, ਕਿ ਜਿਨ੍ਹਾਂ 'ਚੋਂ ਬਹੁਤ ਸਾਰੇ ਜਿਹੜੇ ਹੈਗੇ ਆ, ਸਾਰੇ ਤਕਰੀਬਨ ਮੈਂ ਕਹੂੰਗਾ ਮੈਰਿਟ ਦੇ ਉੱਤੇ ਚੁਣ ਕੇ ਆਏ ਆ। ਉਹਨਾਂ 'ਚ ਇਨੀਸ਼ੀਏਟਿਵ ਹੈਗਾ, ਉਹ ਯੂਨੀਵਰਸਿਟੀਆਂ ਦੇ ਪੜ੍ਹੇ ਆ, ਉਹ ਕਾਲਜਿਸ 'ਚੋਂ ਪੜ੍ਹੇ ਆਏ ਆ, ਬਹੁਤ ਵੱਡੀ ਡਿਗਰੀਆਂ ਉਹਨਾਂ ਕੋਲ ਹੈਗੀਆਂ, MPhil PhD ਵਾਲਿਆਂ ਨੂੰ, JBD ਟੀਚਰ ਲੱਗੇ ਹੈਗੇ ਆ। ਉਹਨਾਂ ਨੂੰ ਇਨਵੋਲਵ ਕਰਨ ਦੀ ਲੋੜ ਹੈਗੀ ਆ, ਪਿਆਰ ਦੇ ਨਾਲ, ਦਬਕੇ ਮਾਰ ਕੇ ਨਹੀਂ ਵੀ ਇਹਨਾਂ ਦਾ ਕੋਈ ਵੀ ਲੰਡੂ ਜਿਹਾ ਲੀਡਰ ਜਿਹੜਾ ਪਿੰਡੋਂ ਉੱਠ ਕੇ ਜਾ ਕੇ ਸਕੂਲੇ ਦਬਕਾ ਮਾਰਨ ਡੈ ਪਏ, ਪਟਵਾਰੀ ਨੂੰ ਦਬਕਾ ਮਾਰਨ ਡੈ ਪਏ, ਉਹ ਪ੍ਰਵਿਰਤੀ ਬੰਦ ਹੋਣੀ ਚਾਹੀਦੀ ਆ। ਕਿਉਂਕਿ ਇਹ ਜੇ ਕੰਮ ਇਹਨਾਂ ਨੇ ਸ਼ੁਰੂ ਕਰਤਾ ਕਿ ਉਹਦੇ ਨਾਲ ਫਿਰ ਇਹਨਾਂ ਦੀ ਕਿਰਕਰੀ ਜ਼ਰੂਰ ਹੋਊਗੀ, ਲੋਕੀ ਤੁਰ ਪੈਣਗੇ। ਇਹਨਾਂ ਨੂੰ, ਲੋਕਾਂ ਨੂੰ ਦਿਲ ਤੋਂ ਆਪਣੇ ਇਹਨਾਂ ਕੰਮਾਂ ਲਈ ਜੋੜਨਾ ਪੈਣਾ, ਇਹ ਦੱਸ ਕੇ ਕਿ ਭਾਈ ਪੰਜਾਬ ਤੁਹਾਡਾ ਹੈ, ਨਸ਼ੇ ਤੁਹਾਡੀ ਸਮੱਸਿਆ ਹੈ, ਸਾਡੀ ਸਮੱਸਿਆ ਹੈ। ਪੰਜਾਬ ਨੂੰ ਜੇ ਗਾਂਹ ਲੈ ਕੇ ਜਾਣਾ, ਮੈਂ ਸ਼ਬਦ ਜਿਹੜਾ ਬਾਹਰ ਕੱਢ ਕੇ 20 ਵਾਲੇ ਪਾਸੇ ਤੁਰ ਪੈਣਗੇ, ਤੇ ਮੈਨੂੰ ਲੱਗਦਾ ਵੀ ਇਹ ਸਾਰੀ ਜਿਹੜੀ ਕਾਰਵਾਈ ਇਹਨਾਂ ਦੀ ਆ ਕਿਸੇ ਨਾ ਕਿਸੇ ਲੌਜੀਕਲ ਐਂਡ ਤੇ ਪਹੁੰਚ ਸਕਦੀ ਆ। ਬਿਲਕੁਲ, ਪਿਛਲੀਆਂ ਸਰਕਾਰਾਂ ਵੇਲੇ ਤਾਂ ਪ੍ਰੋਫੈਸਰ ਸਾਹਿਬ ਲੋਕ ਡਰਦੇ ਸੀ ਕਿ ਜੇ ਕਿਸੇ ਦੀ ਨਸ਼ਾ ਵੇਚਦੇ ਦੀ ਕੋਈ ਵੀਡੀਓ ਬਣਾ ਲਈ ਜਾਂ ਸ਼ਿਕਾਇਤ ਕਰਤੀ, ਕਿਤੇ ਸਾਨੂੰ ਇਹਨਾਂ ਚੁੱਕ ਲੈਣ। ਅੱਜ ਵੀ ਲੋਕ ਜਿਹੜੇ ਉਹ ਸਹਿਮ ਚੋਂ ਬਾਹਰ ਆਏ ਤੇ ਕੋਈ ਨੰਬਰਾਂ ਦੇ ਉੱਤੇ ਜੇ ਕੰਪਲੇਂਟ ਕਰਦਾ, ਇੱਕ ਮੈਂ ਖਬਰ ਪੜ੍ਹ ਰਿਹਾ ਸੀ ਕਿ ਉਹ ਪਰਿਵਾਰ ਦੀ ਆ ਕੇ ਉਹਨਾਂ ਬੰਦਿਆਂ ਨੇ, ਉਹ ਤਾਂ ਫੜੇ ਗਏ, ਚਲੋ ਪੁਲਿਸ ਨੇ ਅੰਦਰ ਕਰ ਲਏ, ਤੇ ਬਾਅਦ ਦੇ ਵਿੱਚ ਜਦੋਂ ਜ਼ਮਾਨਤ ਤੇ ਆਏ, ਉਹਨਾਂ ਨੇ ਆ ਕੇ ਉਸ ਪਰਿਵਾਰ ਦੀ ਕੁੱਟਮਾਰ ਕਰਤੀ। ਮਤਲਬ ਕਿ ਅੰਦਰੋਂ ਨੰਬਰ ਲੀਕ ਹੋ ਗਿਆ। ਜੇ ਉਹਨਾਂ ਨੇ ਵਿਚਾਰਿਆਂ ਨੇ ਸੂਹ ਦਿੱਤੀ ਤਾਂ ਲੋਕ ਡਰਦੇ ਨੇ। ਚਾਹੀਦਾ ਤਾਂ ਇਹ ਨਹੀਂ ਕਿ ਇਹਨਾਂ ਦੇ ਆਪਣੇ ਹਰ ਪਿੰਡ, ਹਰ ਕਸਬੇ ਦੇ ਵਿੱਚ ਇਹਨਾਂ ਦੇ ਵਰਕਰ ਨੇ, ਹਰੇਕ ਗਲੀ 'ਚ ਲਾ ਲਓ,
ਉਹਨਾਂ ਦੀ ਡਿਊਟੀ ਲਾਣ ਕੇ ਆਪਣੀ ਗਲੀ ਦੀ ਜ਼ਿੰਮੇਵਾਰੀ ਚੱਕੋ ਭਾਈ, ਆਪਣੇ ਪਿੰਡ ਦੀ ਜ਼ਿੰਮੇਵਾਰੀ ਚੱਕੋ। ਪਤਾ ਲੱਗੇ ਕਿ ਤੁਹਾਡੇ ਇੱਥੇ ਕੌਣ ਕੌਣ ਨਸ਼ਾ ਵੇਚਦਾ, ਸਾਨੂੰ ਰਿਪੋਰਟ ਦਿਓ, ਬਜਾਏ ਇਸ ਦੇ ਕਿ ਲੋਕਾਂ ਨਾਲ ਸਿੰਘ ਵਸਾ ਦਿਓ। ਇਹਨਾਂ ਦੇ ਬਹੁਤੇ ਬੰਦੇ ਕਿੱਥੋਂ ਆਏ ਆ? ਪਾਰਟੀ 14 ਚ ਆਈ, ਉਹ ਆਈ, ਇਹਨਾਂ ਨੇ ਬੰਦੇ ਵੀ ਫੜ ਤੜ ਕੇ ਇਕੱਠੇ ਕੀਤੇ ਨਾ। ਹੁਣ ਸਮੱਸਿਆ ਇਹਨਾਂ ਦੀ ਇਹ ਆ ਰਹੀ ਆ ਵੀ ਉੱਥੇ ਪਿੰਡਾਂ ਦੇ ਵਿੱਚ ਜਿਹੜੇ ਜਾਂ ਸ਼ਹਿਰਾਂ ਮਹੱਲਿਆਂ 'ਚ ਚੌਧਰੀ ਉਹ ਬਣ ਗਏ ਆ ਜਿਹੜੀਆਂ ਦੂਸਰੀਆਂ ਪਾਰਟੀਆਂ ਵਾਲੇ ਆ। ਇਹ ਵੇਲੇ ਸਭ ਤੋਂ ਵੱਡੀ ਸਮੱਸਿਆ ਇਹ ਆ ਰਹੀ ਆ ਵੀ ਆਪਣੇ ਜੈਨੂਅਨ ਬੰਦਿਆਂ ਨੂੰ ਇਹ ਥੋੜਾ ਡਿਸਪੁਆਇੰਟ ਕਰ ਰਿਹਾ, ਕਿਉਂਕਿ ਹਰ ਦਾ ਸਿਸਟਮ ਹੁੰਦਾ, ਇਹਨਾਂ ਨੂੰ ਕੁਝ ਸਾਧਨਾਂ ਦੀ ਵੀ ਲੋੜ ਹੁੰਦੀ ਆ, ਦੂਸਰੇ ਤੀਸਰੇ ਦੀ ਲੋੜ ਹੁੰਦੀ ਆ। ਤੇ ਇਹ ਠੀਕ ਆ ਕਿ ਜੇ ਉੱਤੋਂ ਡੰਡਾ ਠੀਕ ਹੋਵੇ। ਦੋ ਤਰੀਕਿਆਂ ਨਾਲ ਕੰਮ ਹੁੰਦਾ ਵਾ, ਜਾਂ ਤੇ ਥੱਲਿਓਂ ਸਾਰਾ ਕੰਮ ਠੀਕ ਠਾਕ ਕਰਨਾ ਸ਼ੁਰੂ ਹੋਵੇ, ਤੁਹਾਡੇ ਕੋਲ ਕੇਡਰ ਹੈਗਾ, ਕੇਡਰ ਤੇ ਨਿਗਰਾਨੀ ਰੱਖੀ ਜਾਵੇ, ਇੱਕ ਚੇਨ ਬਣਾਈ ਜਾਵੇ। ਮਹੱਲਾ ਕਮੇਟੀਆਂ ਇਹਨਾਂ ਦੇ MLA ਸਾਹਿਬ ਹੈਗੇ ਉਹਦੇ ਵਿੱਚੋਂ, ਉਹਨਾਂ ਨੂੰ ਪੂਰੀ ਫਰੀਡਮ ਦੇਣ। ਇਸੇ ਤਰੀਕੇ ਨਾਲ ਮੰਤਰੀ ਜ਼ਿਲ੍ਹਿਆਂ ਦੇ ਆ ਜਾਂਦੇ ਆ, ਫਿਰ ਇਸੇ ਤਰੀਕੇ ਇਹ ਪਾਰਟੀ ਦੀ ਹੈਗੀ ਲਾਈਨ ਸਟੇਟ ਦੇ ਲੈਵਲ ਦੇ ਉੱਤੇ ਹੈਗੇ ਆ। ਇਸੇ ਤਰੀਕੇ ਨਾਲ ਬਿਊਰੋਕ੍ਰੈਟਿਕ ਸਟਰਕਚਰ ਹੈਗਾ ਸਾਰਾ, ਉਸ ਤਰੀਕੇ ਨਾਲ ਕੀਤਾ ਜਾਵੇ। ਤਾਂ ਕਹਿਣ ਤੋਂ ਭਾਵ ਹੈਗਾ ਵੀ ਇੱਕਦਮ ਇਹ ਏਡੀ ਵੱਡੀ ਸਮੱਸਿਆ ਸਾਫ਼ ਨਹੀਂ ਹੋਣੀ। ਇਹ ਗੱਲ ਠੀਕ ਹੈ ਤੁਹਾਡੀ ਗੱਲ ਵੀ ਲੋਕੀ ਡਰਦੇ ਨਹੀਂ ਕਰਦੇ, ਪਰ ਹੁਣ ਸੁਖਵਿੰਦਰ ਜੀ ਡਰ, ਮੈਂ ਫਿਰ ਵਾਰ-ਵਾਰ ਇਹ ਕਹੂੰਗਾ, ਭਾਵੇਂ ਕਿ ਹੁਣ ਜ਼ਿਆਦਾ ਐਮਫਸਾਈਜ਼ ਨਾ, ਕਿਸਾਨੀ ਸੰਘਰਸ਼ ਨੇ ਲੋਕਾਂ ਦਾ ਡਰ ਲਾਇਆ। ਸਮਾਂ ਬਦਲਦੇ ਨਾਲ ਲੋਕਾਂ ਦਾ ਡਰ ਲੱਥਾ, ਵੱਡੇ ਥੰਮਾਂ ਨੂੰ ਥੱਲੇ ਸੁੱਟ ਕੇ ਲੋਕਾਂ ਦਾ ਡਰ ਲੱਥਾ। ਜਦੋਂ ਇਹ ਅਹਿਸਾਸ ਹੋ ਗਿਆ, ਕੱਲ ਸ਼ਾਇਦ ਉਹਨਾਂ ਨੇ ਕੇਸੀ ਜਿਹੜੇ ਆਏ ਸੀ ਉੱਥੋਂ ਦੇ ਆਪਣੇ ਤਲਗਾਨਾ ਦੀ, ਉਹਨੇ ਗੱਲ ਕਹੀ ਸੀ ਕਿ ਕਿਸਾਨ ਕਿਸੇ ਵੀ ਸਰਕਾਰ ਨੂੰ ਬਣਾ ਸਕਦੇ, ਢਾ ਸਕਦੇ। ਇਹ ਕੋਈ ਅਲਟੀਮੇਟ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਵੀ ਇਹ ਤੋਂ ਬਾਅਦ ਕਿਸੇ ਨੇ ਆਉਣਾ ਹੀ ਨਹੀਂਗਾ। ਜਿਹੜੀਆਂ ਬਹੁਤ ਸਾਰੀਆਂ ਪੈਰਲਲ ਫੋਰਸਿਸ ਕੰਮ ਕਰ ਰਹੀਆਂ ਵਾ। ਜੇ ਕੰਮ ਨਹੀਂ ਕਰਨਗੇ ਤੇ ਆਲਟਰਨੇਟਿਵ ਇਹਨਾਂ ਦਾ ਬਣਿਆ ਪਿਆ ਵਾ। ਜ਼ਰੂਰੀ ਨਹੀਂ ਲੋਕੀ ਪਿਛਾਂਹ ਮੁੜ ਕੇ ਦੂਸਰੀਆਂ ਪਾਰਟੀਆਂ ਵਾਲੇ ਪਾਸੇ ਵੱਲ ਜਾਣ। ਸੋ ਮੇਰਾ ਕਹਿਣ ਤੋਂ ਭਾਵ ਹੈਗਾ ਕਿ ਇਹਨਾਂ ਨੂੰ ਮੈਂ ਅੱਗੇ ਵੀ ਕਿਹਾ ਸੀਗਾ ਵੀ ਥੋੜਾ ਸਮਾਂ ਹੋਰ ਦਿੱਤਾ ਜਾਣਾ ਚਾਹੀਦਾ ਹੈ। ਭਾਰ ਕਾਫੀ ਜ਼ਿਆਦਾ ਹੈ। ਦੂਸਰੀ ਗੱਲ ਹੈਗੀ ਆ ਕਿ ਮੁੱਖ ਮੰਤਰੀ ਸਾਹਿਬ ਨੂੰ ਡੀਸੈਂਟਰਲਾਈਜ਼ ਕਰਨੀਆਂ ਚਾਹੀਦੀਆਂ ਪਾਵਰਾਂ। ਦੇ ਦਿੰਦੇ ਆ, DC ਦੀ ਜ਼ਿੰਮੇਵਾਰੀ ਬਣਾਤੀ, ਥਾਣੇਦਾਰ ਦੀ ਬਣਾਤੀ, ਮੁਨਸ਼ੀ ਦੀ ਬਣਾਤੀ, ਉਹ ਬਹੁਤ ਚੰਗੀ ਗੱਲ ਸੀ। ਜਿਹੜਾ ਖਾਸ ਕਰਕੇ ਬਾਦਲ ਸਾਹਿਬ ਦੇ ਸਮੇਂ ਜਿਹੜਾ ਸੰਗਤ ਦਰਸ਼ਨ ਨੇ ਜਿਹੜਾ ਸਾਡਾ ਐਡਮਿਨਿਸਟ੍ਰੇਟਿਵ ਸਿਸਟਮ ਦਾ ਭੱਠਾ ਬਿਠਾ ਲਿਆ, ਜਿੰਨੀ ਤਬਾਹੀ ਸਾਡਾ ਜਿਹੜਾ ਖਾਸ ਕਰਕੇ ਜਿਹੜਾ ਐਡਮਿਨਿਸਟ੍ਰੇਟਿਵ ਸਿਸਟਮ ਸੀ ਉਸ ਸਮੇਂ ਦੇ ਵਿੱਚ ਹੋਈ ਆ, ਉਹਨੂੰ ਠੀਕ ਕਰਨ ਤੇ ਬਹੁਤ ਸਮਾਂ ਲੱਗੂਗਾ। ਚੀਫ ਮਿਨਿਸਟਰ ਸਾਹਿਬ ਪਿੰਡ 'ਚ ਜਾ ਕੇ ਸੰਗਤ ਦਰਸ਼ਨ ਕਰਨਗੇ ਜੀ, ਉੱਥੇ ਇੰਤਕਾਲ ਜਿਹੜਾ ਉਹ ਕਰਨਗੇ ਉਹਦੇ ਵਿੱਚੋਂ, ਇਹ ਕਿੱਥੋਂ ਦਾ ਕੰਮ ਹੋਇਆ? ਮੇਰਾ ਕਹਿਣ ਤੋਂ ਭਾਵ ਹੈਗਾ ਕਿ ਇਹ ਜਿਹੜੀਆਂ ਇੱਦਾਂ ਦੇ ਇੰਸਟੈਂਸ ਹੁੰਦੇ ਰਹਿਣਗੇ, ਹੋਰ ਵੀ ਹੋਣਗੇ। ਰਜਿਸਟੈਂਸ ਇਹ ਠੀਕ ਹੈ ਕਿ ਜੇ ਸਰਕਾਰ ਟਾਈਮਲੀ ਰਿਐਕਟ ਕਰ ਦੂਗੀ, ਲੋਕਾਂ ਦੇ ਹੌਸਲੇ ਬਣੇ ਰਹਿਣਗੇ। ਜੇ ਇਹ ਨਹੀਂ ਰਿਸਪੌਂਡ ਕਰਨਗੇ ਤੇ ਲੋਕੀ ਫਿਰ ਘਰ ਬਹਿ ਜਾਣਗੇ। ਘਰ ਬਹਿਣ ਦਾ ਮਤਲਬ ਇਹ ਨਹੀਂ ਹੈ, ਲੋਕਾਂ ਨੂੰ ਇਹ ਸਮਝ ਜ਼ਰੂਰ ਆ ਗਈ ਵੀ ਭਾਈ ਹਥਿਆਰ ਵੋਟਾਂ ਦਾ ਬਹੁਤ ਤਕੜਾ ਹੈ। ਜੋ ਮਰਜ਼ੀ ਗੱਲਾਂ ਸੁਣੀ ਜਾਓ, ਜੋ ਮਰਜ਼ੀ ਅਗਲੇ ਕੋ ਜੋ ਲਾਰੇ ਉਹਦੇ ਸੁਣੀ ਚਲੋ, ਜੋ ਮਰਜ਼ੀ ਭਾਸ਼ਣ ਸੁਣੀ ਚਲੋ, ਪਰ ਜਿਹੜਾ ਜਦੋਂ ਅਸੀਂ ਉਹਨੂੰ ਯੂਜ਼ ਕੀਤਾ ਤੇ ਫਿਰ ਉਦੋਂ ਤਖਤ ਹਿਲਾ ਦੇਵਾਂਗੇ। ਫਰਕ ਪੈ ਗਿਆ। ਅਸੀਂ 75ਵੇਂ ਸਾਲ 'ਚ ਆ ਕੇ ਜਿਹੜੀ ਆਜ਼ਾਦੀ ਦੇ ਵਿੱਚ ਜਿਹੜਾ ਖਾਸ ਕਰਕੇ ਲੋਕਾਂ ਨੂੰ ਇਹ ਸਮਝ ਆ ਗਈ ਕਿ ਨਹੀਂ, ਪੋਲੀਟੀਕਲ ਜਿਹੜੇ ਬੌਸ ਹੈ ਸਾਡੇ ਰਿਸਪੌਂਸੀਬਲ ਹੋਣੇ ਚਾਹੀਦੇ ਆ। ਤੇ ਇਹ ਜਿਹੜੀ ਸਮਝ ਹੈਗੀ ਹੈ, ਸਰਕਾਰ ਦੇ ਉੱਤੇ ਡੰਡਾ ਜਿਹੜਾ ਹੈਗਾ, ਮਤਲਬ ਉਹਨਾਂ ਦੇ ਡੰਡਾ ਰੱਖੂਗੀ। ਡੰਡਾ ਇਨ ਦੀ ਸੈਂਸ ਡੰਡਾ ਮਾਰਨਾ ਨਹੀਂ ਹੈਗਾ, ਨਜ਼ਰ ਰੱਖਦੀ ਆ। ਔਰ ਸਰਕਾਰ ਜੇ ਉਸ ਪ੍ਰਤੀ ਆਨਸਰੇਬਲ ਹੁੰਦੀ ਆ ਤੇ ਬਹੁਤ ਵਧੀਆ। ਦੋਹਾਂ ਦਾ ਸੁਮੇਲ, ਲੋਕਾਂ ਦੀ ਅਲਰਟਨੈਸ, ਲੋਕਾਂ ਦੀ ਪਾਰਟਿਸਪੇਸ਼ਨ ਤੇ ਸਰਕਾਰ ਦੀ ਅਕਾਊਂਟੇਬਿਲਿਟੀ, ਇਹ ਦੋਵਾਂ ਦਾ ਜਿਹੜਾ ਸਿੰਥੇਸਿਸ ਹੈਗਾ, ਸੁਮੇਲ ਹੈ, ਇਹੀ ਚੰਗੀ ਗਵਰਨੈਂਸ ਜਿਹੜੀ ਆ ਪੰਜਾਬ ਨੂੰ ਜਾਂ ਕਿਸੇ ਵੀ ਹੋਰ ਪ੍ਰਾਂਤ ਨੂੰ ਦੇ ਸਕਦਾ ਹੈ। ਜੀ ਪ੍ਰੋਫੈਸਰ ਸਾਹਿਬ, ਆਖਰੀ ਸਵਾਲ, ਜੇ ਆਪਾਂ ਦੋਵੇਂ ਖਬਰਾਂ ਨੂੰ ਦੇਖੀਏ ਨੇੜਿਓਂ, ਇੱਕ ਪਾਸੇ ਤਾਂ ਜੂਨ 84 ਦੇ ਦਿਨ ਆ ਰਹੇ ਨੇ ਅੱਗੇ, ਪੰਜਾਬ ਸਰਕਾਰ ਨੇ 20 ਨੀਮ ਜਿਹੜੀਆਂ ਸੁਰੱਖਿਆ ਏਜੰਸੀਆਂ ਜਿਹੜੀਆਂ ਕੇਂਦਰ ਦੀਆਂ ਲਿਆ ਕੇ ਇੱਥੇ ਲਵਾ ਦਿੱਤੀਆਂ ਨੇ, ਤੇ ਉਧਰਲੇ ਬੰਨੇ ਇਸ ਤਰ੍ਹਾਂ ਜੇ ਜਥੇਦਾਰ ਸਾਹਿਬ ਇਦਾਂ ਦਾ ਸੁਨੇਹਾ ਦਿੰਦੇ ਨੇ, ਜੋ ਕੁਝ ਪਟਿਆਲੇ ਦੇ ਵਿੱਚ ਵਾਪਰਿਆ ਉਹ ਵੀ ਤਾਂ ਇਸੇ ਚੀਜ਼ ਦਾ ਨਤੀਜਾ ਸੀਗਾ ਕਿ ਉਧਰੋਂ ਇੱਕ ਪਾਸੇ ਨੇ ਐਲਾਨ ਕਰਤਾ, ਦੂਜੇ ਨੇ ਉਹਨੂੰ ਚੁੱਕ ਲਿਆ। ਤੇ ਉਹੀ ਹਥਿਆਰਾਂ ਵਾਲੀ ਗੱਲ, ਉਹ ਕਹਿੰਦੇ ਜੀ ਹੁਣ ਕਈ ਸਿੱਖ ਨੌਜਵਾਨਾਂ ਨੂੰ ਅੰਦਰ ਜਾਣਾ ਪਿਆ, ਕਈਆਂ ਦੀਆਂ ਇਨਕੁਆਇਰੀਆਂ ਖੁੱਲੀਆਂ। ਏਦਾਂ ਜੇ ਕੱਲ ਨੂੰ ਫਿਰ ਮੌਕਾ ਮਿਲ ਜਾਣਾ, ਤੰਤਰ ਜਿਹੜਾ ਪੁਲਿਸ ਤੰਤਰ ਹੈ ਜਿਹੜਾ ਅੱਗੇ 84 ਦੇ ਵਿੱਚ ਲੋਕਾਂ ਨੇ ਹੰਢਾਇਆ ਹੋਇਆ, ਜਾਂ ਉਹ 90 ਦੇ ਦੌਰ ਦੌਰਾਨ ਕੀ ਕੁਝ ਹੋਇਆ, ਤਾਂ ਉਸੇ ਤਰ੍ਹਾਂ ਦਾ ਸੁਨੇਹਾ ਜਾਂਦਾ। ਬਜਾਏ ਇਸ ਦੇ ਕਿ ਜਥੇਦਾਰ ਸਾਹਿਬ ਨੂੰ ਚਾਹੀਦਾ ਕਿ ਸਰਕਾਰ ਨਾਲ ਤਾਲਮੇਲ ਕਰਕੇ ਜਾਂ ਫਿਰ ਆਪਣੇ ਪੱਧਰ ਦੇ ਉੱਤੇ ਨੌਜਵਾਨਾਂ ਦੇ ਲਈ ਕੋਈ ਇਹੋ ਜਿਹਾ ਪਲਾਨ ਲੈ ਕੇ ਆਉਣ, ਖਾਸ ਕਰ ਸਿੱਖ ਨੌਜਵਾਨਾਂ ਲਈ, ਤਾਂ ਕਿ ਉਹ ਸਿੱਖੀ ਤੋਂ ਵੀ ਦੂਰ ਨਾ ਹੋਣ ਤੇ ਉਹ ਆਪਣੇ, ਜਿਵੇਂ ਤੁਸੀਂ ਕਿਹਾ ਕਿ IAS PCS ਵੱਡੇ ਅਹੁਦਿਆਂ ਦੇ ਉੱਤੇ ਪਹੁੰਚਣ। ਹਾਲਾਤ ਬਦਲ ਗਏ ਨਾ। ਇਹ 80ਾਂ ਦਾ ਦੌਰ ਹੈਗਾ, ਨਾ ਇਹ 70ਾਂ ਦਾ ਦੌਰ ਹੈਗਾ, ਇਹ ਹੈਗਾ 2022। ਸੁਖਵਿੰਦਰ ਜੀ, ਇਤਿਹਾਸ ਕਹਿੰਦੇ ਸੀ ਰਿਪੀਟ ਕਰਦਾ ਵਾ, ਪਰ ਇਸ ਮਾਮਲੇ ਦੇ ਇਤਿਹਾਸ ਰਿਪੀਟ ਨਹੀਂ ਕਰੂਗਾ। ਮੈਂ ਦਾਅਵੇ ਨਾਲ ਕਹਿੰਦਾ ਉਹ ਹਾਲਾਤ ਨਹੀਂ ਬਣਨਗੇ। ਸਟੇਟ ਬਹੁਤ ਪਾਵਰਫੁਲ ਹੋ ਗਿਆ,
ਔਰ ਜਿਹੜੇ ਉਸ ਸਮੇਂ 'ਚ ਲੜੇ ਸੀ ਅਸੀਂ ਤਾਂ ਉਹਦੇ ਕੰਮ ਵੀ ਕੀਤਾ, ਉਹ ਮੁੰਡੇ ਨਹੀਂ ਹੈਗੇ। ਉਹ ਮੁੰਡੇ ਜਿਹੜੇ ਹੈਗੇ ਸੀ ਉਸ ਸਮੇਂ ਵਾਲੇ, ਉਹ ਹਾਲਾਤ ਨਹੀਂ ਹੈਗੇ। ਉੱਦਾਂ ਦਾ ਕੋਈ ਲੀਡਰ ਨਹੀਂ ਹੈਗਾ ਜਿਹੜਾ ਕ੍ਰਿਸਮੈਟਿਕ ਲੀਡਰ ਸੀਗਾ। ਬਹੁਤ ਸਾਰੇ ਕਾਰਨ ਸੀ ਜਿਸ ਵਜ੍ਹਾ ਕਰਕੇ ਉਹ 84 ਦਾ ਇਹ ਹਾਲਾਤ ਬੁਰੇ ਬਣੇ ਸੀ ਜਾਂ ਉਹ ਤੋਂ ਪਹਿਲਾਂ ਬਣੇ ਸੀਗੇ, ਉਹ ਨਹੀਂ ਹੈਗਾ। ਪੋਲਿਟਿਕਸ ਜ਼ਰੂਰ ਹੈਗੀ ਆ, ਚਾਹੇ ਉਹ ਇੰਟਰਨੈਸ਼ਨਲ ਲੈਵਲ ਤੇ ਉੱਤੇ ਹੁੰਦੀ ਆ, ਚਾਹੇ ਇੱਥੇ ਹੁੰਦੀ ਆ। ਲੋਕ ਮੰਨਣ ਨੂੰ ਤਿਆਰ ਨਹੀਂ ਹੈ। ਲੋਕਾਂ ਨੇ ਬਹੁਤ ਸਫ਼ਰ ਕੀਤਾ। ਪੰਜਾਬ 'ਚ 37-37 ਹਜ਼ਾਰ, ਸਰਕਾਰ ਦਾ 25-26 ਹਜ਼ਾਰ ਬੰਦਾ ਜਿਹੜਾ ਆਇਡੈਂਟੀਫਾਈਡ ਹੈਗਾ ਵਾ। 37-37 ਹਜ਼ਾਰ ਬੰਦਾ ਜਿਹੜਾ ਵਾ ਉਸ ਸਮੇਂ ਦੇ ਵਿੱਚ ਜਿਹੜੇ ਉਹ ਮਾਰੇ ਗਏ, ਚਾਹੇ ਪੁਲਿਸ ਥਰੂ ਮਾਰੇ ਗਏ, ਚਾਹੇ ਇਹਨਾਂ ਨੇ ਅੱਤਵਾਦ ਦੇ ਥਰੂ ਮਾਰੇ। ਮਾਝੇ 'ਚ ਕੋਈ ਘਰ ਇਹੋ ਜਿਹਾ ਨਹੀਂ ਸੀ ਜਿਹੜਾ ਸਿੱਧੇ ਤੌਰ ਦੇ ਉੱਤੇ ਬਰਬਾਦ ਨਾ ਹੋਇਆ ਹੋਵੇ। ਕਿਉਂ ਲੋਕੀ ਆਪਣੇ ਨਿਆਣਿਆਂ ਨੂੰ ਬਾਹਰ, ਕਿਹੜੇ ਮੁੰਡੇ ਸੀ ਜਿਹੜੇ ਜੁਆਇਨ ਕੀਤੇ, ਕਿ ਉੱਦਾਂ ਦੇ ਮੁੰਡੇ ਹੁਣ ਹੈਗੇ ਆ ਜਿਨ੍ਹਾਂ ਨੇ ਇਹ ਪਾਸੇ ਲਾਉਣਾ ਨਹੀਂ। ਉਦੋਂ ਵੀ ਕਿੱਥੋਂ ਸ਼ੁਰੂ ਹੋਈ ਸੀਗੀ? ਹੌਲੀ ਹੌਲੀ ਇਹ ਸ਼ੁਰੂ ਹੋਈ, ਆਇਡੈਂਟੀਟੀ ਦੀ ਗੱਲ ਚੱਲੀ, ਸਾਰੀਆਂ ਗੱਲਾਂ ਚੱਲੀਆਂ, ਮੁੜ ਕੇ ਕਿਹਦੇ ਗੱਲ ਪੈ ਗਈ? ਪਿੰਡਾਂ ਦੇ ਮੁੰਡੇ ਫਸ ਗਏ ਉਹਦੇ ਵਿੱਚ, ਦੂਸਰੇ ਬਾਹਰ ਨਿਕਲ ਗਏ। ਹੰਡਾਇਆ ਸਾਰਾ ਸੇਕ ਉਹਨਾਂ ਨੇ ਆਪਣੇ ਮੋਢਿਆਂ ਦੇ ਉੱਤੇ। ਲੋਕਾਂ ਨੂੰ ਅਜੇ ਉਹ ਯਾਦ ਆ, ਜਿੰਨਾ ਮਰਜ਼ੀ ਜ਼ੋਰ ਲਾ ਲਓ ਹਾਲਾਤ ਨਹੀਂ ਬਣਦੇ। ਮਤਲਬ ਹੀ ਕੋਈ ਨਹੀਂ ਹੈ, ਲਿਖ ਕੇ ਦਿੱਤਾ ਜਾ ਸਕਦਾ ਹੈ। ਹਾਂ, ਇਹ ਠੀਕ ਆ, ਪੋਲਿਟਿਕਸ ਹੈਗੀ ਆ, ਸਰਕਾਰਾਂ ਅਲਰਟ ਹੁੰਦੀਆਂ, ਕਿਉਂਕਿ ਆਪਾਂ ਦੇਖਿਆ ਕਿ ਟੈਕਨੋਲੋਜੀ ਉੱਦਾਂ ਦੀ ਆ ਗਈ ਆ। ਇੱਕ ਵੀ ਇੰਸੀਡੈਂਟ ਹੋ ਜਾਂਦਾ ਵਾ, ਉਸ ਵੇਲੇ ਰੌਲਾ ਪੈਣਾ ਸ਼ੁਰੂ ਹੋ ਜਾਂਦਾ। ਅਸੀਂ ਕਦੀ ਵੀ ਸੋਚ ਵਿਚਾਰ ਕੇ ਕੋਈ ਬਹੁਤਾ ਨਹੀਂ ਗੱਲ ਕਰਦੇ, ਇੱਕਦਮ ਜਿਹੜਾ ਇੰਸਟੈਂਟ ਜਿਹੜਾ ਹੁੰਦਾ, ਫਾਸਟ ਫੂਡ ਸਾਡੇ ਕਮੈਂਟ ਆ, ਫਾਸਟ ਫੂਡ ਸਾਡੀ ਕਮੈਂਟਰੀ ਆ, ਫਾਸਟ ਫੂਡ ਸਾਡਾ ਰਿਸਪੌਂਸ ਹੈਗਾ ਵਾ। ਤੋ ਇਸ ਕਰਕੇ ਠੀਕ ਆ, ਉੱਥੇ ਹੋਇਆ ਸੀ, ਹੋਊਗਾ। ਸਰਕਾਰ ਅੱਗੇ ਨਾਲੋਂ ਜ਼ਿਆਦਾ, ਸਟੇਟ ਬਹੁਤ ਪਾਵਰਫੁਲ ਹੋ ਗਿਆ। ਸਟੇਟ ਕੋ ਕਮਿਊਨੀਕੇਸ਼ਨ ਆ ਗਈ, ਸਟੇਟ ਕੋ ਇਨਫੋਰਮੇਸ਼ਨ ਆ ਗਈ, ਸਟੇਟ ਕੋ ਟੈਕਨੀਕ ਬਹੁਤ ਆ ਗਈ। ਉਹਦੇ ਮੁਕਾਬਲੇ ਤੇ ਜਿਹੜੇ ਦੂਸਰੇ ਖਾਸ ਕਰਕੇ ਨੌਨ ਸਟੇਟ ਐਕਟਰਸ ਆ, ਉਹਨੇ ਪਾਵਰਫੁਲ ਨਹੀਂ ਹੈਗੇ। ਤੋ ਇਸ ਕਰਕੇ ਉਹ ਹਾਲਾਤ ਹੋਣ ਵਾਲਾ ਕੰਮ ਨਹੀਂ। ਪਰ ਹਾਂ, ਇਹ ਠੀਕ ਆ, ਸਰਕਾਰ ਪ੍ਰੀਕਾਸ਼ਨ ਨਹੀਂ ਲੈ ਰਹੀ। ਉਹਦੇ ਰੀਜ਼ਨ ਬਹੁਤ ਕਲੀਅਰ ਹੈਗੇ ਆ। ਹਾਲਾਤ, ਸਮਾਜਿਕ ਹਾਲਾਤ ਹੀ ਬਹੁਤ ਮਾੜੇ ਆ। ਆਲੇ ਦੁਆਲੇ ਵਾਲੇ ਬਹੁਤ ਹਾਲਾਤ ਜਿਹੜੇ ਆ ਉਸ ਕਿਸਮ ਦੇ ਹੈਗੇ ਆ। ਤੋ ਇਸ ਕਰਕੇ ਜਿਹੜੀਆਂ 2-20 ਕੰਪਨੀਆਂ ਲੈ ਕੇ ਆਏ ਆ, ਇਹਦੇ 'ਚ ਕੋਈ ਬਹੁਤ ਨਹੀਂ, ਪਹਿਲਾਂ ਵੀ ਆਉਂਦੀਆਂ ਰਹੀਆਂ। ਆਪਾਂ ਉਹਦੇ ਵੀ ਗੱਲ ਕੀਤੀ ਸੀ ਵੀ ਇਹ ਤਾਂ ਪਹਿਲਾਂ ਵੀ ਆਉਂਦੀਆਂ ਰਹੀਆਂ ਸੀਗੀਆਂ। ਪ੍ਰੀਕਾਸ਼ਨ ਦੇ ਤੌਰ ਦੇ ਉੱਤੇ ਇਹ ਠੀਕ ਠਾਕ ਨਿਕਲ ਜਾਣਾ ਹੈ, ਔਰ ਨਿਕਲ ਗਿਆ ਤੇ ਬਹੁਤ ਵਧੀਆ ਹੋਊਗਾ। ਕ੍ਰੈਡਿਟ ਕਿਸੇ ਨੇ ਪੰਜਾਬ ਸਰਕਾਰ ਨੂੰ ਨਹੀਂ ਦੇਣਾ। ਜੇ ਬਾਈ ਚਾਂਸ ਕੋਈ ਖੁਦਾ ਨਾ ਖਾਸਤਾ ਗੱਲ ਹੋ ਜਾਂਦੀ ਹੈ ਤੇ ਸਾਰਾ ਭਾਂਡਾ ਇਹਨਾਂ ਦੇ ਸਿਰ ਤੇ ਭੱਜਦਾ ਵਾ, ਤਾਂ ਕੋਈ ਸਰਕਾਰ ਉਹਦੀ ਜ਼ਿੰਮੇਵਾਰੀ ਨਹੀਂ ਲੈਂਦੀ। ਦੂਸਰੀ ਗੱਲ ਇਹ ਹੈਗੀ ਆ ਕਿ ਜਿੱਦਾਂ 50% ਆਲਰੇਡੀ ਸਿਕਿਉਰਿਟੀ ਫੋਰਸਿਸ ਦੇ ਕੋਲ ਹੈਗਾ। ਮੈਨੂੰ ਸਿਰਫ ਖਤਰਾ ਇਸ ਗੱਲ ਦਾ ਇਸ ਵੇਲੇ ਕਿ ਪੰਜਾਬ ਨੂੰ ਪੋਲੀਟੀਕਲ ਲੈਵਲ ਦੇ ਉੱਤੇ ਅਪਰੋਪਰੀਏਟ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਹੁੰਦੀਆਂ ਵਾ, ਉਹ ਬਹੁਤ ਡੇਂਜਰਸ ਹੋਣਗੀਆਂ। ਪੰਜਾਬ ਕਦੀ ਵੀ ਕਿਸੇ ਦੇ ਅੱਗੇ ਝੁਕਿਆ ਨਹੀਂ ਹੈ ਜਾਂ ਉਹਨੂੰ ਰਜਿਸਟ ਕੀਤਾ ਹੈ। ਪਰ ਜਿਸ ਕਿਸਮ ਦਾ ਪੋਲੀਟੀਕਲ ਏਜੰਡਾ ਬਣ ਰਿਹਾ ਹੈ, ਸਭ ਨੂੰ ਪਤਾ ਹੈ ਕਿ ਜਿਹੜੀ ਰੂਲਿੰਗ ਪਾਰਟੀ ਇਹ ਚਾਹੁੰਦੀ ਕਿ ਜੇ ਅਸੀਂ ਪੰਜਾਬ ਨੂੰ ਬੁਲਡੋਜ਼ ਕਰ ਲਈਏ, ਜਿੱਦਾਂ ਹੁਣ ਇਹ ਲੀਡਰ ਜਿਹੜੇ ਹੈਗੇ ਆ ਕਿੱਦਾਂ ਉਹਦੇ ਵਿੱਚ ਜਾ ਰਹੇ ਆ, ਕਿਹੜੀ ਬੋਲੀ ਬੋਲਦੇ ਆ। ਇਹ ਗੱਲ ਠੀਕ ਆ, ਚੰਗੀ ਗੱਲ ਆ ਕਿ ਪੋਲੀਟੀਕਲ ਲੀਡਰਾਂ ਦੀ ਕ੍ਰੈਡੀਬਿਲਿਟੀ ਜਿਹੜੀ ਆ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਬਹੁਤ ਹੀ ਡਾਊਨ ਆ। ਸਭ ਤੋਂ ਵੱਧ ਨਫ਼ਰਤ ਦੇ ਪਾਤਰ ਜਿਹੜੇ ਹੈਗੇ ਆ, ਉਹ ਇਸ ਵੇਲੇ ਜੇ ਗਿਣਿਆ ਜਾਵੇ, ਜਦੋਂ ਸਵਾਲ ਪੁੱਛਦੇ ਆ ਵੀ ਤੁਹਾਡੇ ਹਿਸਾਬ ਨਾਲ ਕਿਹੜੇ ਲੋਕ ਹੈਗੇ ਆ, ਉਹ ਸਾਡੀ ਪੋਲੀਟੀਕਲ ਕਲਾਸ ਹੈਗੀ ਆ। ਤੋ ਇਸ ਕਰਕੇ ਉਹਨਾਂ ਦੀ ਰਿਲਾਇਬਿਲਿਟੀ ਉਸ ਕਿਸਮ ਦੀ ਨਹੀਂ ਹੈਗੀ। ਬਾਕੀ ਇਹ ਹੈ ਕਿ ਸਰਕਾਰ ਕਿਉਂ ਇਹ ਪੰਗਾ ਲਊਗੀ ਕੱਲ੍ਹ ਨੂੰ ਕ੍ਰਿਟਿਸਿਜ਼ਮ ਲੈਣ ਵਾਸਤੇ? ਉਹ ਆਪਣਾ ਸਾਰਾ ਬੰਦੋਬਸਤ ਕਰਦੀ ਆ, ਤੰਤਰ ਨੂੰ ਕਰਦੀ ਆ, ਠੀਕ ਠਾਕ ਸਮਾਂ ਲੰਘ ਜਾਵੇ। ਕਿਉਂਕਿ ਇਹ ਸਮੱਸਿਆ ਕਈ ਵਾਰੀ ਹੁਣ ਗਲੋਬਲ ਲੈਵਲ ਤੇ ਉਠਾਈ ਜਾਂਦੀ ਹੈ। ਪਿਛਲੇ ਇਟਲੀ ਦੇ ਵਿੱਚ ਤੁਸੀਂ ਦੇਖਿਆ ਹੋਣਾ, ਅਮਰੀਕਾ ਦੇ ਵਿੱਚ ਵੀ ਚੱਲਣ ਡਿਆ ਵਾ, ਪੈਰਲ ਸਾਰਾ ਕੁਝ ਚੱਲਣ ਡਿਆ। ਇੱਥੇ ਵੀ ਜਿਹੜੀਆਂ ਤਾਕਤਾਂ ਬਾਹਰ ਹੋ ਗਈਆਂ ਤਾਕਤ ਤੋਂ, ਉਹ ਵੀ ਕਿੱਦਾਂ ਡਾਈਜੈਸਟ ਕਰਨਗੀਆਂ? ਸਾਡੀ ਸਮੱਸਿਆ ਇਹ ਹੈਗੀ, ਸਾਡੇ ਸਮਾਜ ਦੀ, ਸਾਡੇ ਲੋਕਾਂ ਦੀ, ਕਿ ਸਾਡੇ ਵਿੱਚ ਕਾਮਨ ਮੁੱਦਿਆਂ ਨੂੰ ਲੈ ਕੇ ਜਿਹੜੀ ਹੈਗੀ ਆ, ਜਿਹੜੀ ਹੋਣੀ ਚਾਹੀਦੀ ਹੈ ਇਕਸੁਰਤਾ ਹੋਣੀ, ਉਹ ਨਹੀਂ ਹੈਗੀ। ਅਸੀਂ ਪੋਲਿਟਿਕਸ ਫਾਰ ਦਾ ਸੇਕ ਆਫ ਪੋਲਿਟਿਕਸ ਕਰਦੇ ਹਾਂ, ਪੋਲਿਟਿਕਸ ਫਾਰ ਦਾ ਸੇਕ ਆਫ ਪੋਲੀਟੀਕਲ ਪਾਵਰ ਕਰਦੇ ਆ। ਇਹ ਅਨਫੋਰਚੂਨੇਟ ਆ। ਪੋਲੀਟੀਕਲ ਪਾਰਟੀਆਂ ਕਰਦੀਆਂ ਰਹਿਣ, ਪਰ ਮੈਨੂੰ ਲੱਗਦਾ ਵੀ ਲੋਕਾਂ ਦੇ ਲੈਵਲ ਤੇ ਇਹਨੂੰ ਉੱਦਾਂ ਦਾ ਰਿਸਪੌਂਸ ਮਿਲਣ ਦੀ ਪੋਸੀਬਿਲਿਟੀ ਨਹੀਂ ਹੈਗੀ। ਜੀ, ਸ਼ੁਕਰੀਆ ਪ੍ਰੋਫੈਸਰ ਸਾਹਿਬ, ਧੰਨਵਾਦ ਤੁਹਾਡਾ। ਥੈਂਕ ਯੂ ਵੈਰੀ ਮਚ ਜੀ।